ਜਦੋਂ ਅਸੀਂ ਦਿੱਲੀ 'ਚ ਐਂਟਰ ਹੁੰਦੇ ਆ ਤਾਂ ਦਿੱਲੀ 'ਚ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਪਏ ਹੁੰਦੇ ਨੇ, ਤਾਂ ਉਸੇ ਤਰੀਕੇ ਦੇ ਨਾਲ ਖਰੜ ਦੇ ਵਿੱਚ ਵੀ ਇਹ ਢੇਰ ਲੱਗੇ ਹੋਏ ਨੇ। ਚੰਨੀ ਸਾਹਿਬ ਇੱਥੋਂ ਜਿੱਤੇ ਹੋਏ ਆ, ਉਹ ਇੱਥੋਂ ਲੜੇ ਵੀ ਆ, ਇਲੈਕਸ਼ਨ ਵੀ ਲੜੇ ਆ, ਉਹ ਇੱਥੋਂ ਹੀ ਰਹਿੰਦੇ ਵੀ ਆ, ਤੇ ਸਾਡੇ ਵਾਰਡ 24 ਨੰਬਰ 'ਚ ਉਹਨਾਂ ਦੇ ਭਰਾ ਵੀ ਪਿਛਲੀ ਵਾਰ ਖੜੇ ਸੀਗੇ, ਤੇ ਉਹਨਾਂ ਨੂੰ ਵੋਟਾਂ ਵੀ ਇੱਥੋਂ ਪਈਆਂ ਆ। ਪਰ ਉਹ ਇੱਕ ਵਾਰ ਵੀ ਇੱਥੇ ਆ ਕੇ ਵਾਅਦੇ ਕਰ ਗਏ ਆ, ਲੇਕਿਨ ਸਾਡਾ ਡੰਪਿੰਗ ਗਰਾਊਂਡ ਲਈ ਉਹਨਾਂ ਨੇ ਕੋਈ ਕਮਿਟਮੈਂਟ ਨਹੀਂ ਹਜੇ ਤੱਕ ਕੀਤੀ, ਨਾ ਹੀ ਸਾਨੂੰ ਮਿਲਣ ਦੇ ਰਹੇ ਆ। ਉਹ ਲਾਰਿਆਂ ਦੇ ਵਿੱਚ ਹੀ ਸਾਨੂੰ ਰੱਖਿਆ ਹੋਇਆ ਉਹਨਾਂ ਨੇ ਹਜੇ ਤੱਕ, ਜਦ ਕਿ ਇੱਥੇ STP ਬਣ ਰਿਹਾ ਨੇੜੇ, ਉਹਦਾ ਉਦਘਾਟਨ ਕਰਕੇ ਚਲੇ ਗਏ ਉਹ। ਉਹਨਾਂ ਨੂੰ ਵੀ ਕੂੜਾ ਦਿਖਦਾ ਆ ਵੀ ਇੱਥੇ ਕਿੱਦਾਂ ਲੋਕ ਰਹਿ ਰਹੇ ਹੈ। ਇੱਥੇ ਤਕਰੀਬਨ ਅਸੀਂ ਇੱਥੇ 800-900 ਘਰ ਸਾਡਾ ਦਰਪਣ ਦਾ ਹੀ ਆ ਇਕੱਲਾ, ਜੇ ਸਾਰਾ ਮਿਲਾਈਏ 5-6 ਹਜ਼ਾਰ ਵੋਟ ਵਾ ਜਿਹੜੀ ਕਿ ਇੱਥੇ ਲੋਕ ਰਹਿ ਰਹੇ, ਠੀਕ ਹੈ ਜੀ। ਪਰ ਇੱਧਰ ਨੂੰ ਸਰਕਾਰਾਂ ਦਾ ਧਿਆਨ ਹੀ ਨਹੀਂ ਹੈਗਾ। ਮੁੱਦੇ ਸਿਆਸਤ ਦੇ ਪੰਜਾਬ ਦੇ ਤੇ ਉਹਨਾਂ ਲੋਕਾਂ ਦੇ ਜਿਹੜੇ ਲੋਕ ਨਰਕ ਭਰੀ ਜ਼ਿੰਦਗੀ ਜਿਉਂਦੇ ਨੇ, ਤਾਂ ਅਸੀਂ ਅੱਜ ਖਰੜ ਦੇ ਵਿੱਚ ਖੜੇ ਹਾਂ। ਦਰਪਣ ਸਿਟੀ ਆ, ਤੁਸੀਂ ਦੇਖ ਰਹੇ ਹੋ। ਮੈਂ ਆਪਦੇ ਸਹਿਯੋਗੀ ਨੂੰ ਕਹਾਂਗਾ ਕਿ ਇਹ ਜਿਹੜੀਆਂ ਤਸਵੀਰਾਂ ਨੇ ਦਿਖਾ ਦਿੱਤੀਆਂ ਜਾਣ। ਥੱਲੇ ਰਿਹਾਇਸ਼ੀ ਏਰੀਆ ਗਾ, ਇੱਥੇ ਲੋਕ ਵੀ ਖੜੇ ਨੇ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਤਾਂ ਅਸੀਂ ਅੱਜ ਖਰੜ ਦੇ ਵਿੱਚ ਖੜੇ ਹਾਂ। ਖਰੜ ਦੇ ਵਿੱਚ ਖੜਨ ਦਾ ਮਤਲਬ ਤਾਂ ਬਣਿਆ ਕਿਉਂਕਿ ਇਹ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਏਰੀਆ ਗਾ। ਆਏ ਦਿਨ ਨਵੇਂ ਵਾਅਦੇ ਹੁੰਦੇ ਸੀ, ਆਏ ਦਿਨ ਪ੍ਰੈਸ ਕਾਨਫਰੰਸਾਂ ਹੁੰਦੀਆਂ ਸੀ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹਿਆ ਜਾਂਦਾ, ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕੰਮ ਨਹੀਂ ਕਰਿਆ। ਸਮੇਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ, ਪਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਅਸੀਂ ਅੱਜ ਸਾਂਝੀਆਂ ਕਰਾਂਗੇ। ਇਹ ਤਸਵੀਰਾਂ ਖਰੜ ਦੀਆਂ ਨੇ, ਤੁਸੀਂ ਦੇਖ ਸਕਦੇ ਹੋ। ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਦਿੱਲੀ 'ਚ ਐਂਟਰ ਹੁੰਦੇ ਆ ਤਾਂ ਦਿੱਲੀ 'ਚ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਪਏ ਹੁੰਦੇ ਨੇ, ਤਾਂ ਉਸੇ ਤਰੀਕੇ ਦੇ ਨਾਲ ਖਰੜ ਦੇ ਵਿੱਚ ਵੀ ਇਹ ਢੇਰ ਲੱਗੇ ਹੋਏ ਨੇ। ਪਿਛਲੇ ਪਾਸੇ ਕੰਮ ਵੀ ਚੱਲ ਰਿਹਾ ਗਾ, ਕੂੜੇ ਦੇ ਢੇਰਾਂ ਨੂੰ ਇੱਕ ਦੂਸਰੇ ਦੇ ਉੱਪਰ ਕਰਿਆ ਜਾ ਰਿਹਾ, ਕਰੇਨਾਂ ਚੱਲ ਰਹੀਆਂ ਨੇ, ਮਸ਼ੀਨਾਂ ਖੜੀਆਂ ਨੇ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਸਾਫ਼ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਕਰੋਨਾ ਮਹਾਮਾਰੀ ਚੱਲ ਰਹੀ ਆ, ਕਰੋਨਾ ਦੀ ਜਿਹੜੀ ਬਿਮਾਰੀ ਆ, ਡਾਕਟਰ ਆਏ ਦਿਨ ਨਵੀਆਂ ਸਟੇਟਮੈਂਟਾਂ ਕੱਢਦੇ ਨੇ ਕਿ ਅੱਜ ਇਸ ਦੀ ਪਹਿਲੀ ਵੇਵ ਆ ਗਈ, ਅੱਜ ਇਸ ਦੀ ਦੂਜੀ ਵੇਵ ਆ ਗਈ ਤੇ ਅੱਜ ਇਸ ਦੀ ਤੀਜੀ ਵੇਵ ਆ ਗਈ। ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਬਿਮਾਰੀਆਂ ਦਾ ਕਾਰਨ ਬਣਦੇ ਗੰਦਗੀ ਦੇ ਢੇਰ ਇਸ ਦਰਪਣ ਸਿਟੀ ਦੇ ਬਿਲਕੁਲ ਪਿੱਛੇ ਖੜੇ ਹੋਇਆ, ਪਿੱਛੇ ਲੱਗੇ ਹੋਏ ਆ। ਤਾਂ ਤੁਹਾਨੂੰ ਦਿਖਾ ਦਿੰਦੇ ਆ, ਪਹਾੜਾਂ ਦੇ ਜਿੱਡੇ ਜਿੱਡੇ ਢੇਰ ਨੇ। ਇਹ ਕੋਈ ਟਿੱਬੇ ਨਹੀਂ ਹੈਗੇ, ਇਹ ਲਿਫਾਫਿਆਂ ਦੇ, ਇਹ ਗੰਦਗੀ ਦੇ ਢੇਰ ਨੇ। ਤਾਂ ਜਦੋਂ ਇੱਥੇ ਮੀਂਹ ਪੈ ਜਾਂਦਾ ਤਾਂ ਬੜੀ ਭੈੜੀ ਬਦਬੂ ਮਾਰਦੀ ਆ, ਬੜਾ ਕੁਛ ਸਹਿਣ ਕਰਨਾ ਪੈਂਦਾ ਇਹਨਾਂ ਲੋਕਾਂ ਨੂੰ। ਤਾਂ ਇਹ ਢੇਰਾਂ ਦੀ ਜੇ ਗੱਲ ਕਰਦੇ ਹਾਂ ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਵਿੱਚ ਮੇਰੇ ਸਹਿਯੋਗੀ ਸਾਥੀ ਅਲਜਿੰਦਰ ਇੱਕ ਇੱਕ ਤਸਵੀਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਤਾਂ ਅਸੀਂ ਥੱਲੇ ਖੜੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਤੋਂ ਵੀ ਪੁੱਛਾਂਗੇ ਕਿ ਆਖਰ ਇਹ ਢੇਰ ਕਦੋਂ ਦੇ ਇੱਥੇ ਲੱਗੇ ਹੋਏ ਨੇ ਤੇ ਕਦੋਂ ਤੋਂ ਇਹ ਗੰਦਗੀ ਦੇ ਢੇਰ ਆ ਜਿਹੜੇ ਪਏ ਨੇ। ਤੁਸੀਂ ਉਹ ਤਸਵੀਰ ਦੇਖ ਰਹੇ ਹੋ, ਕੈਮਰੇ ਦੀ ਅੱਖ ਤੋਂ ਜਿਹੜੀ ਤਸਵੀਰ ਆ ਉਹ ਤੁਹਾਡੇ ਰੂਬਰੂ ਕਰ ਰਹੇ ਆ। ਇਹ ਕਿਸੇ ਪਲਾਂਟ ਲਗਾਇਆ ਗਿਆ ਸੀ ਜਿਹੜਾ ਕਿ ਇਸ ਕੂੜੇ ਨੂੰ ਮਲੀਆ ਮੇਟ ਕਰਦਾ ਸੀ, ਸਫਾਈ ਕਰਦਾ ਸੀ। ਪਰ ਪਲਾਂਟ ਤਾਂ ਲੱਗਿਆ ਹੋਇਆ, ਉਹ ਪਲਾਂਟ ਕਿਤੇ ਨਾ ਕਿਤੇ ਜਾ ਕੇ ਜਿਹੜੀ ਉਹ ਮਸ਼ੀਨ ਪਈ ਆ ਉਹ ਚੱਲ ਨਹੀਂ ਰਹੀ, ਸਫਾਈ ਨਹੀਂ ਕਰਦੀ। ਇੱਕ ਦਿਨ ਦਾ ਕਹਿੰਦੇ 30 ਟਨ ਇਹਦੇ ਵਿੱਚ ਕੂੜਾ ਲੰਘਾਇਆ ਜਾਂਦਾ, ਤੇ ਹੁਣ ਜਿਹੜੀ ਸਿੱਲ ਦਾ ਮੌਸਮ ਆ ਉਸ ਦੇ ਕਰਕੇ ਇਸ ਦੇ ਵਿੱਚੋਂ ਦੀ ਕੂੜਾ ਜਿਹੜਾ ਲੰਘਦਾ ਨਹੀਂ ਹੈਗਾ। ਤਾਂ ਆਖਰ ਕੀ ਪੰਜਾਬ ਦੇ ਜਿਹੜੇ ਮੁੱਦੇ ਨੇ, ਜਿਹੜੇ ਇਹਨਾਂ ਲੋਕਾਂ ਦੇ ਮੁੱਦੇ ਨੇ, ਜਿਹੜੇ ਗੰਦਗੀ ਦੇ ਢੇਰ ਨੇ, ਕਦੋਂ ਤੱਕ ਸਾਫ਼ ਹੋਣਗੇ? ਇਹ ਪੁੱਛਾਂਗੇ ਇਹਨਾਂ ਲੋਕਾਂ ਨੂੰ ਜਾ ਕੇ। ਤਾਂ ਜੁੜੇ ਰਹਿਣਾ KTV ਦੇ ਨਾਲ। ਫਸਟ ਫਲੋਰ 'ਤੇ ਆ ਚੁੱਕੇ ਹਾਂ, ਜਿੱਥੇ ਲੋਕ ਖੜੇ ਨੇ, ਜਿੱਥੇ ਆਮ ਜਨਤਾ ਖੜੀ ਆ। ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਤੁਸੀਂ ਤਸਵੀਰਾਂ ਉੱਪਰੋਂ ਤੋਂ ਤੁਹਾਨੂੰ ਦਿਖਾਈਆਂ ਨੇ ਇਹ ਗੰਦਗੀ ਦੇ ਲੱਗੇ ਢੇਰਾਂ ਦੀਆਂ। ਆਖਰ ਪੰਜਾਬ ਦੇ ਮੁੱਦੇ ਕੀ ਨੇ? ਆਖਰ ਪੰਜਾਬ ਨੂੰ ਚਾਹੀਦਾ ਕੀ ਆ? ਕੋਈ ਕਹਿ ਰਿਹਾ ਕਿ 1000 ਰੁਪਇਆ ਮਹੀਨਾ ਦੇਵਾਂਗੇ ਤੇ ਕੋਈ ਕਹਿ ਰਿਹਾ ਕਿ ਅਸੀਂ 2000 ਰੁਪਇਆ ਮਹੀਨਾ ਦੇਵਾਂਗੇ। ਪਰ ਇਹਨਾਂ ਲੋਕਾਂ ਦੀ ਕੌਣ ਸੁਣੂਗਾ? ਇਹ ਗੰਦਗੀ ਦੇ ਢੇਰ ਕੌਣ ਚੁੱਕੂਗਾ? ਤਾਂ ਇਹ ਵੀ ਇੱਕ ਜਿਹੜੀ ਆਵਾਜ਼ ਆ ਕਿਤੇ ਨਾ ਕਿਤੇ ਜਾ ਕੇ ਚੁੱਕਣੀ ਬਣਦੀ ਆ। ਤਾਂ ਸਾਡੇ ਨਾਲ ਤਮਾਮ ਉਹ ਲੋਕ ਖੜੇ ਨੇ, ਤਮਾਮ ਉਹ ਇੱਥੋਂ ਦੇ ਨਾਗਰਿਕ ਖੜੇ ਨੇ। ਇੱਥੇ ਬਾਈ ਹੋਰਾਂ ਨਾਲ ਗੱਲ ਕਰ ਰਹੇ ਸੀ ਅਸੀਂ, ਤਾਂ ਇਹਨਾਂ ਨੇ ਕਿਹਾ ਕਿ
ਜਿਹੜੇ ਪਲਾਟ ਲੈਤੇ ਸੀ, ਜਿਹੜੇ ਇਹ ਫਲੈਟ ਲੈਤੇ ਸੀ, ਤਾਂ ਕਿਸੇ ਦਾ 35 ਲੱਖ ਰੁਪਇਆ ਮੁੱਲ ਸੀ, ਕਿਸੇ ਦਾ 20 ਲੱਖ ਰੁਪਇਆ ਮੁੱਲ ਸੀ, ਤੇ ਅੱਜ ਉਹ ਕੌਡੀਆਂ ਦੇ ਭਾਅ ਰਹਿ ਗਿਆ। ਤਾਂ ਗੱਲਬਾਤ ਕਰਦੇ ਹਾਂ, ਸ਼ੁਰੂਆਤ ਬਾਈ ਤੋਂ ਹੀ ਕਰਦੇ ਆਂਗੇ। ਬਾਈ ਸਵਾਗਤ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਤੁਹਾਡਾ। ਜੇ ਆਪਾਂ ਗੱਲ ਕਰੀਏ ਤਾਂ ਫਲੈਟ ਕਾਫੀ ਮਹਿੰਗੇ ਪਾਏ ਲੱਗਦੇ ਆਗੇ, ਆ ਗੰਦਗੀ ਦੇ ਢੇਰਾਂ ਦਾ ਕਰਕੇ ਖਤਮ ਹੋ ਗਿਆ ਸਾਰਾ ਕੁਝ। ਹਾਂਜੀ, ਇਹ ਭਾਜੀ ਤੁਸੀਂ ਦੇਖ ਸਕਦੇ ਆ, ਸਿਰਫ 7-8 ਫੁੱਟ ਦੀ ਦੂਰੀ ਤੇ ਹੀ ਆ ਇਹ ਸਾਰੇ ਢੇਰ ਲੱਗੇ ਹੋਏ ਆ। 20-30 ਫੁੱਟ ਉੱਪਰ ਉੱਚੇ ਇੰਨੇ ਢੇਰ ਲੱਗੇ ਹੋਏ ਆ। ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਆ। ਮੈਂ ਧੰਨਵਾਦ ਕਰਦਾ ਕਿ ਕੋਈ ਚੈਨਲ ਤਾਂ ਸਾਡੇ ਕੋਲ ਆਇਆ, KB ਵਾਲਿਆਂ ਦਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਟਾਈਮ ਕੱਢਿਆ ਤੇ ਸਾਡੇ ਕੋਲ ਆਏ ਹੈ ਨਾ। ਤੇ ਇਹ ਦੇਖੋ, ਸਾਡੀ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ। ਈਵਨ ਕਿ ਚੰਨੀ ਸਾਹਿਬ ਇੱਥੋਂ ਜਿੱਤੇ ਹੋਏ ਆ, ਉਹ ਇੱਥੋਂ ਲੜੇ ਵੀ ਆ, ਇਲੈਕਸ਼ਨ ਵੀ ਲੜੇ ਆ, ਉਹ ਇੱਥੋਂ ਹੀ ਰਹਿੰਦੇ ਵੀ ਆ। ਤੇ ਸਾਡੇ ਵਾਰਡ 24 ਨੰਬਰ 'ਚ ਉਹਨਾਂ ਦੇ ਭਰਾ ਵੀ ਪਿਛਲੀ ਵਾਰ ਖੜੇ ਸੀਗੇ, ਤੇ ਉਹਨਾਂ ਨੂੰ ਵੋਟਾਂ ਵੀ ਇੱਥੋਂ ਪਈਆਂ ਆ। ਪਰ ਉਹ ਇੱਕ ਵਾਰ ਵੀ ਇੱਥੇ ਆ ਕੇ ਵਾਅਦੇ ਕਰ ਗਏ ਆ, ਲੇਕਿਨ ਸਾਡਾ ਡੰਪਿੰਗ ਗਰਾਊਂਡ ਲਈ ਉਹਨਾਂ ਨੇ ਕੋਈ ਕਮਿਟਮੈਂਟ ਨਹੀਂ ਹਜੇ ਤੱਕ ਕੀਤੀ, ਨਾ ਹੀ ਸਾਨੂੰ ਮਿਲਣ ਦੇ ਰਹੇ ਆ। ਮੈਂ ਈਵਨ ਕਿ ਉਹਨਾਂ ਨਾਲ ਕਾਫੀ ਵਾਰ ਉਹਨਾਂ ਦੇ ਜਿਹੜੇ PA ਆ ਉਹਨਾਂ ਨੂੰ ਮੈਸੇਜ ਵੀ ਦਿੱਤੇ ਆ, ਤੇ ਸਾਰੀ ਰਿਪਲਾਈਆਂ ਵੀ ਜਾਂਦੀਆਂ ਉਹਨਾਂ ਨੂੰ। ਉਹ ਕਹਿੰਦੇ ਤੁਹਾਡੀ ਗੱਲਬਾਤ ਹੋ ਰਹੀ ਆ, ਤੁਹਾਡੀ ਮੀਟਿੰਗ ਕਰਾਵਾਂਗੇ। ਬਸ ਉਹ ਲਾਰਿਆਂ ਦੇ ਵਿੱਚ ਹੀ ਸਾਨੂੰ ਰੱਖਿਆ ਹੋਇਆ ਉਹਨਾਂ ਨੇ ਹਜੇ ਤੱਕ, ਜਦ ਕਿ ਇੱਥੇ STP ਬਣ ਰਿਹਾ ਨੇੜੇ, ਉਹਦਾ ਉਦਘਾਟਨ ਕਰਕੇ ਚਲੇ ਗਏ ਉਹ। ਉਹਨਾਂ ਨੂੰ ਵੀ ਕੂੜਾ ਦਿਖਦਾ ਆ ਵੀ ਇੱਥੇ ਕਿੱਦਾਂ ਲੋਕ ਰਹਿ ਰਹੇ ਹੈ ਨਾ। ਇੱਥੇ ਤਕਰੀਬਨ ਅਸੀਂ ਇੱਥੇ 800-900 ਘਰ ਸਾਡਾ ਦਰਪਣ ਦਾ ਹੀ ਆ ਇਕੱਲਾ। ਉਹ ਜੇ ਸਾਰਾ ਮਿਲਾਈਏ 5-6 ਹਜ਼ਾਰ ਵੋਟ ਵਾ ਜਿਹੜੀ ਕਿ ਇੱਥੇ ਲੋਕ ਰਹਿ ਰਹੇ ਆ, ਠੀਕ ਹੈ ਜੀ। ਪਰ ਇੱਧਰ ਨੂੰ ਸਰਕਾਰਾਂ ਦਾ ਧਿਆਨ ਹੀ ਨਹੀਂ ਹੈਗਾ। ਹੁਣ ਦੇਖੋ ਐਡੇ ਐਡੇ ਢੇਰ ਲੱਗੇ ਆ, ਡੇਲੀ ਸਮੈਲ ਆਉਂਦੀ ਆ, ਮੱਖੀਆਂ ਦਾ ਬੁਰਾ ਹਾਲ ਆ। ਇੱਥੋਂ ਤੱਕ ਕਿ ਸਾਡਾ ਕੋਈ ਰਿਲੇਟਿਵ ਵੀ ਸਾਡੇ ਨੇੜੇ ਨਹੀਂ ਆ ਸਕਦਾ, ਉਹਨਾਂ ਨੂੰ ਅਸੀਂ ਘਰ ਨਹੀਂ ਬਿਠਾ ਸਕਦੇ, ਠੀਕ ਹੈ ਜੀ। ਸਮੈਲ ਇੰਨੀ ਆਉਂਦੀ ਆ, ਮੱਖੀਆਂ ਇੰਨੀਆਂ ਆ, ਲੋਕਾਂ ਦਾ ਬੁਰਾ ਹਾਲ ਆ। ਬੱਚੇ ਬਿਮਾਰੀਆਂ ਅੱਗੇ ਤੋਂ ਜੇ ਇਹ ਨਾ ਦੇਖਿਆ ਤਾਂ ਬੱਚਿਆਂ ਨੂੰ ਬਿਮਾਰੀਆਂ ਹੋ ਜਾਣੀਆਂ। ਈਵਨ ਕਿ ਹੁਣ ਗਲੇ ਦੀ ਪ੍ਰੋਬਲਮ ਜਿਹੜੀ ਆ, ਜਿੱਦਾਂ ਕਰੋਨਾ ਕਹਿੰਦੇ ਆ, ਸਾਡੇ ਲਈ ਤਾਂ ਇਹ ਕਰੋਨਾ ਆ। ਸਾਰੇ ਬਿਮਾਰ ਹੋ ਰਹੇ, ਬੱਚੇ ਬਿਮਾਰ ਹੋ ਰਹੇ ਸਾਡੇ। ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਦੇ ਜਿਹੜੀ ਇਹਦੀ ਲੀਜ਼ ਹੋਈ ਉਹ ਆ, ਜਿੱਥੇ ਇਹ ਗੇਰਨਾ ਸੀਗਾ, ਇਹਦੀ ਲੀਜ਼ ਵੀ ਹੋਈ ਆ ਆਲਰੇਡੀ। ਉੱਥੇ ਕਿਉਂ ਨਹੀਂ ਇਹਨੂੰ ਲੈ ਕੇ ਜਾਂਦੇ, ਸ਼ਿਫਟ ਕਿਉਂ ਨਹੀਂ ਕਰਦੇ ਇੱਥੇ? ਜਿਹੜੀ ਇਹਨਾਂ ਨੇ ਮਸ਼ੀਨਾਂ ਵੀ ਲਗਾਈਆਂ ਉਹ 15 ਟਨ 20 ਟਨ ਦੇ ਕਰੀਬ ਸਿਰਫ ਮਾਲ ਡੇਲੀ ਦਾ ਕੱਢਦੇ ਆ, ਜਦ ਕਿ ਡੇਲੀ ਮਾਲ ਇੱਥੇ ਜਿਹੜਾ ਫਰੈਸ਼ ਆਉਂਦਾ ਉਹ 80 ਟਨ ਦੇ ਕਰੀਬ ਆ ਰਿਹਾ। ਤੇ ਇਹ ਖਤਮ ਕਦੋਂ ਹੋਏਗਾ? ਇਹ ਤਾਂ ਖਤਮ ਹੋਣਾ ਹੀ ਨਹੀਂ ਫਿਰ ਕਦੇ ਵੀ। ਉਹ ਗਲਤ ਹੈ। ਜਾਂ ਤਾਂ ਮਸ਼ੀਨਾਂ ਵੱਡੀਆਂ ਲਗਾਈਆਂ ਜਾਣ ਇੱਥੇ, ਜਾਂ ਇਹਨੂੰ ਪ੍ਰੋਪਰ ਇਹਨੂੰ ਸੈਗਰੀਗੇਟ ਕਰਕੇ ਜਿਵੇਂ ਵੀ ਆ ਇੱਥੋਂ ਚੱਕਿਆ ਜਾਵੇ। ਕਿਉਂਕਿ ਲੋਕਾਂ ਦੇ ਵਿੱਚ ਦੇਖੋ 7-8 ਫੁੱਟ ਤੇ ਬਿਲਕੁਲ ਰਿਹਾਇਸ਼ ਵਾ। ਜਾਂ ਤਾਂ ਇਹ ਕਲੋਨੀਆਂ ਨਾਲ ਕੱਟੀਆਂ ਜਾਂਦੀਆਂ, ਕਲੋਨੀਆਂ ਕਿਉਂ ਕੱਟੀਆਂ ਹੈ ਨਾ? ਉਲਟਾ ਉਹ ਸਾਨੂੰ ਪੁੱਛ ਰਹੇ ਆ, ਜਦ ਕਿ ਈਵਨ ਜਦੋਂ 8-10 ਸਾਲ ਪਹਿਲਾਂ ਮੈਂ ਆਇਆ ਸੀਗਾ, ਉਸ ਟਾਈਮ ਇੱਕ ਸਾਈਡ ਤੇ ਥੋੜੀ ਜਿਹਾ ਸੀਗਾ। ਅਸੀਂ ਕਿਹਾ ਵੀ ਚਲੋ ਇੰਨਾ ਨਹੀਂ ਹੈਗਾ, ਵੀ ਥੋੜਾ ਬਹੁਤਾ ਹੋਊਗਾ ਹੈ ਨਾ। ਪਰ ਉਸ ਤੋਂ ਬਾਅਦ ਵੱਧਦਾ ਗਿਆ। ਹੁਣ ਤਾਂ ਇਹ ਦੇਖੋ 30-30 ਫੁੱਟ ਤੁਸੀਂ ਦੇਖ ਸਕਦੇ ਹੋ। ਇੱਕ ਵਾਰ ਵੀਡੀਓ ਦਿਖਾਇਓ ਇਹਨਾਂ ਨੂੰ, ਤੇ ਕੀ ਹਾਲ ਵਾ ਇੱਥੇ ਦਾ। ਸਾਡਾ ਤਾਂ ਜੀਣਾ ਹਰਾਮ ਹੋਇਆ ਪਿਆ ਜੀ। ਇੱਥੇ ਲੋਕ ਬਹੁਤ ਦੁਖੀ ਹੈ। ਜੇ ਆਉਣ ਵਾਲੇ ਟਾਈਮ 'ਚ ਨਹੀਂ ਸਾਨੂੰ ਦੇਖਿਆ ਤਾਂ ਇੱਥੇ ਬੱਚੇ ਔਰ ਇਹਨਾਂ ਬਜ਼ੁਰਗਾਂ ਨੂੰ ਪਹਿਲਾਂ ਬਿਮਾਰੀਆਂ ਨੇ ਫੜਨਾ, ਠੀਕ ਹੈ ਜੀ। ਗੱਲ ਉੱਥੇ ਆ ਗਈ, ਗੱਲ ਉਸੇ ਪੰਜਾਬ ਦੀ ਆ, ਗੱਲ ਉਸੇ ਧਰਤੀ ਦੀ ਆ ਜਿਹੜੀ ਧਰਤੀ 5 ਦਰਿਆਵਾਂ ਦੀ ਕਹਾਉਣ ਵਾਲੀ ਸੀ। ਤਾਂ ਜਿਵੇਂ ਬਾਈ ਨੇ ਆਪਣਾ ਦੁਖੜਾ ਸੁਣਾਇਆ, ਦੁੱਖ ਰੋਏ ਨੇ ਕਿ ਅਸੀਂ 10 ਸਾਲ ਪਹਿਲਾਂ ਇੱਥੇ ਆਏ ਸੀ, 35 ਲੱਖ ਦਾ ਫਲੈਟ ਖਰੀਦਿਆ, ਉਸ ਤੋਂ ਬਾਅਦ ਅੱਜ ਜਿਹੜਾ ਇਹ ਢੇਰ ਬਣ ਗਿਆ, ਇੱਕ ਗੰਦਗੀ ਦਾ ਕੂੜੇ ਦਾ ਢੇਰ ਬਣ ਗਿਆ। ਤਾਂ ਬਾਈ ਹੋਰ ਵੀ ਸਾਡੇ ਨਾਲ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ। ਤੇ ਲਗਾਤਾਰ ਇਹ ਢੇਰ ਵੱਧਦੇ ਜਾ ਰਹੇ ਨੇ ਤੇ ਘਰਾਂ ਦੇ ਬੁਰੇ ਹਾਲ ਨੇ, ਘਰਾਂ ਦੇ ਵਿੱਚੋਂ ਨਿਕਲਣਾ ਕਹਿੰਦੇ ਮੁਸ਼ਕਲ ਹੋ ਰਿਹਾ ਗਾ। ਬਹੁਤ ਜ਼ਿਆਦਾ ਬੁਰਾ ਹਾਲ ਹੈ ਭਾਜੀ, ਤੁਹਾਡੇ ਸਾਹਮਣੇ ਹੀ ਤੁਸੀਂ ਦੇਖਿਆ ਹੈ। ਤੇ ਮੈਨੂੰ ਵੀ 6-7 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਔਰ ਹੁਣ ਤਾਂ ਭਾਜੀ ਜ਼ਿਆਦਾ ਹੀ ਬੁਰਾ ਹਾਲ ਹੈ। ਸਮੈਲ ਬਹੁਤ ਆਉਂਦੀ ਹੈ, ਠੀਕ ਹੈ। ਬੱਚੇ ਹੈ, ਛੋਟੇ ਹੈ, ਪੋਲਿਊਸ਼ਨ ਹੈ, ਤਾਂ ਤੁਹਾਡੇ ਸਾਹਮਣੇ ਹੀ ਹੈ। ਤੇ ਰਹਿਣਾ ਬਹੁਤ ਔਖਾ ਹੈ। ਸਰਕਾਰਾਂ ਨੂੰ ਚਾਹੀਦਾ ਕੁਝ ਕਰਨ, ਲੇਕਿਨ ਹੁਣ ਸਰਕਾਰਾਂ ਨੂੰ ਭਾਜੀ ਕੁਝ ਕਹਿ ਨਹੀਂ ਸਕਦੇ, ਕਿਉਂਕਿ 70 ਸਾਲ ਹੋ ਗਏ ਆ। ਦੇਖੋ 70 ਸਾਲ ਦੇ ਵਿੱਚ ਜੇ ਕੂੜੇ ਦੇ ਵਿੱਚ ਹੀ ਆਪਾਂ ਰਹਿ ਰਹੇ ਹਾਂ ਤਾਂ ਕੋਈ ਫਾਇਦਾ ਨਹੀਂ। ਅਕਾਲੀਆਂ ਨੂੰ ਵੀ ਦੇਖ ਲਿਆ, ਕਾਂਗਰਸੀਆਂ ਨੂੰ ਵੀ ਦੇਖ ਲਿਆ। ਤੇ ਅਸੀਂ ਪਿੱਛੇ ਧਰਨਾ ਵੀ ਲਾਇਆ ਥਾ ਉੱਥੇ। ਅਨਮੋਲ ਗਗਨ ਮਾਨ ਜੀ ਆਮ ਆਦਮੀ ਪਾਰਟੀ ਤੋਂ ਸਾਡੇ ਹਲਕੇ ਦੇ ਕੈਂਡੀਡੇਟ ਹੈਗੇ ਹੈ, ਉਹਨਾਂ ਨੇ ਸਾਡੀ ਫਿਰ ਬਾਂਹ ਫੜੀ ਵਿਚਾਰੇ। ਉਹ ਆਏ ਸੀਗੇ ਤੇ ਉਹਨਾਂ ਨੇ ਹਾਂ ਕਮਿਟਮੈਂਟ ਕੀਤੀ ਹੈ ਕਿ ਆਪਣੀ ਸਰਕਾਰ ਵੀ ਬਣ ਰਹੀ ਹੈ ਉਹਨਾਂ ਦੀ, ਤੇ ਜਿੱਦਾਂ ਸਰਕਾਰ ਆਉਂਦੀ ਹੈ ਤਾਂ ਇਹਦੇ ਉੱਤੇ ਉਹ ਐਕਸ਼ਨ ਲੈਣਗੇ। ਔਰ ਉਹਨਾਂ ਤੇ ਹੀ ਥੋੜਾ ਜਿਹਾ ਯਕੀਨ ਹੈ ਹੁਣ, ਕਿਉਂਕਿ ਬਾਕੀ ਸਰਕਾਰਾਂ ਦੇਖ ਲਈਆਂ ਆਪਾਂ। ਇੱਥੇ ਰੋਕਣਾ ਚਾਹਾਂਗਾ, ਕਮਿਟਮੈਂਟ ਹਰ ਇੱਕ ਸਰਕਾਰ ਕਰਦੀ ਆ। ਹਰ ਕੋਈ ਆ ਕੇ ਕਹਿੰਦਾ ਕਿ ਅਸੀਂ ਆਹ ਵੀ ਤੁਹਾਡਾ ਭਲਾ ਕਰ ਦਾਂਗੇ, ਆਹ ਵੀ ਤੁਹਾਡਾ ਭਲਾ ਕਰ ਦਾਂਗੇ। ਜੇਕਰ ਅਨਮੋਲ ਗਗਨ ਮਾਨ ਜੀ ਆ ਗਏ
ਤਾਂ ਉਹਨਾਂ ਵੱਲੋਂ ਇਹ ਕਮਿਟਮੈਂਟ ਪੂਰੀ ਨਾ ਕੀਤੀ ਗਈ ਤਾਂ ਫਿਰ ਇਸ ਤੋਂ ਬਾਅਦ ਕਿਸ ਤੇ ਆਸ ਹੋਏਗੀ? ਇਹ ਵੀ ਇੱਕ ਸਵਾਲ ਖੜਾ ਹੁੰਦਾ, ਕੁਐਸਚਨ ਮਾਰਕ ਹੈ ਇੱਥੇ ਇੱਕ। ਅੱਛਾ, ਕੁਐਸਚਨ ਮਾਰਕ ਤੁਹਾਡਾ ਬਿਲਕੁਲ ਸਹੀ ਹੈ, ਲੇਕਿਨ ਹੁਣ ਸਾਡੇ ਕੋਲ ਆਪਸ਼ਨ ਹੀ ਨਹੀਂ ਹੈ। 70 ਸਾਲ ਅਸੀਂ ਦੇਖ ਲਏ ਆ, 5 ਵਾਰੀ ਉਹਨਾਂ ਦੀ ਆਂਦੀ, 5 ਵਾਰੀ ਸਰਕਾਰ ਇਹਨਾਂ ਦੀ ਆਂਦੀ, ਫਿਰ 5 ਵਾਰੀ ਅਕਾਲੀ ਆ ਜਾਂਦੇ, ਕਾਂਗਰਸੀ ਆ ਜਾਂਦੇ ਆ। 70 ਸਾਲ ਦੇਖ ਲਿਆ ਨਾ, ਤੇ ਜਦ ਤੱਕ ਮੈਂ ਇਹਨਾਂ ਨੂੰ ਇੱਕ ਮੌਕਾ ਨਹੀਂ ਦੇਵਾਂਗਾ ਤਾਂ ਮੈਨੂੰ ਕੀ ਪਤਾ ਲੱਗੇਗਾ ਕਿ ਇਹ ਸਹੀ ਕਰਨਗੇ ਜਾਂ ਨਹੀਂ ਕਰਨਗੇ। ਮੌਕਾ ਤਾਂ ਦੇਣਾ ਬਣਦਾ ਨਾ। ਉਹਨਾਂ ਨੂੰ 70 ਸਾਲ ਆਪਾਂ ਦਿੱਤਾ ਹੈ ਤੇ 5 ਸਾਲ ਇਹਨਾਂ ਨੂੰ ਦੇ ਕੇ ਦੇਖ ਲੈਂਦੇ ਆ, ਔਰ ਯਕੀਨ ਹੈ ਮੈਨੂੰ ਕਰਨਗੇ। ਯੰਗ ਕੈਂਡੀਡੇਟ ਹੈਗੇ ਆ, ਹੈ ਨਾ। ਤਾਂ ਯਕੀਨ ਆਮ ਆਦਮੀ ਤੇ ਵੱਜਿਆ ਹੋਇਆ ਪੰਜਾਬ ਦੇ ਲੋਕਾਂ ਨੂੰ। ਜਿਵੇਂ 2013-14 ਦੇ ਵਿੱਚ ਪਹਿਲੀ ਵਾਰ 4 MP ਜਿੱਤਦੇ ਨੇ, ਤਾਂ ਉਸ ਤੋਂ ਬਾਅਦ 4 ਦੇ ਵਿੱਚੋਂ ਸੰਗਰੂਰ ਹਲਕੇ ਦੇ 1 MP ਭਗਵੰਤ ਮਾਨ ਰਹਿ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਨਾਲ। ਤਾਂ ਉਸ ਤੋਂ ਫਿਰ 2017 ਦੀ ਗੱਲ ਕਰੀ ਤਾਂ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਆਉਂਦੀ ਆ, 23 MLA ਨੇ ਜਿਹੜੇ ਉਹ ਜਿੱਤਦੇ ਨੇ। ਤਾਂ ਉਹਨਾਂ MLA ਦੇ ਵਿੱਚੋਂ ਵੀ ਜਿਹੜੀ ਖਿੱਚੋਤਾਣ ਆ, ਕੋਈ ਕਿਸੇ ਪਾਰਟੀ 'ਚ ਰਲ ਜਾਂਦਾ, ਕੋਈ ਕਿਸੇ ਪਾਰਟੀ 'ਚ ਰਲ ਜਾਂਦਾ। ਤਾਂ ਦੇਖਣਾ ਇਹ ਹੋਵੇਗਾ ਕਿ 2022 ਦੇ ਵਿੱਚ ਆਖਰ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਵਾਕਈ ਇਹ ਕੂੜੇ ਦੇ ਢੇਰ ਚੱਕੇ ਜਾਂਦੇ ਆ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਤਾਂ ਸਾਡੇ ਨਾਲ ਇੱਥੇ ਮਾਤਾਵਾਂ ਨੇ, ਕੁਝ ਕੁ ਨੌਜਵਾਨ ਨੇ, ਬੀਬੀਆਂ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮਾਤਾ, ਕੀ ਕਹੋਗੇ? ਅੱਜ ਤੁਹਾਡੇ ਤੱਕ ਪਹੁੰਚ ਕਰੀ ਆ, ਪਤਾ ਲੱਗਿਆ ਸੀ ਕਿ ਡੰਪਿੰਗ ਆ, ਇੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ, ਇੱਥੇ ਰਹਿائشੀ ਏਰੀਆ ਇਹ। ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ। ਹਰੇਕ ਬੰਦੇ ਦਾ ਸੁਪਨਾ ਹੁੰਦਾ ਕਿ ਉਹਦਾ ਮਕਾਨ ਬਣੇ, ਆਪਣਾ ਬੜੀਆਂ ਸੱਧਰਾਂ ਨਾਲ ਬੜਾ ਸਾਰੀ ਉਮਰ ਦਾ ਪੈਸਾ ਜੋੜ ਕੇ ਮਸਾਂ ਅਸੀਂ ਮਕਾਨ ਬਣਾਇਆ ਹੈ। ਤੇ ਜਦੋਂ ਇਹਦੇ ਨੇ ਕਿ ਆ ਕੇ ਦੇਖਿਆ ਇੱਥੇ ਡੰਪ ਹੈ, ਤਾਂ ਮੱਖੀਆਂ ਮੱਛਰਾਂ ਬਦਬੂ ਨਾਲ ਅਸੀਂ ਇੰਨੇ ਪਰੇਸ਼ਾਨ ਹਾਂ, ਸਾਡੇ ਬੱਚੇ ਇੰਨੇ ਪਰੇਸ਼ਾਨ ਨੇ। ਘਰ ਦੇ ਅੰਦਰ ਤੱਕ ਮੱਖੀਆਂ ਜਾਂਦੀਆਂ ਨੇ, ਜਦੋਂ ਕੁਝ ਖਾਣ ਲੱਗਦੇ ਆ ਮੱਖੀਆਂ ਵਿੱਚ ਖਾਣੇ ਤੇ ਜਾਂਦੀਆਂ ਨੇ। ਤੁਸੀਂ ਆਪ ਸਿਆਣੇ ਹੋ। ਇਹਦੇ ਨੇ ਕਿ ਜਦੋਂ ਅਸੀਂ ਬਿਲਡਰਾਂ ਨੂੰ ਕਹਿੰਦੇ ਆ ਵੀ ਇੱਥੇ ਮਕਾਨ ਤੁਸੀਂ ਵੇਚੀ ਕਿਉਂ ਨੇ, ਤਾਂ ਉਹ ਕਹਿੰਦੇ ਤੁਸੀਂ ਦੇਖ ਕੇ ਲੈਣਾ ਸੀ, ਜੇ ਅਸੀਂ ਦੱਸਦੇ ਤੁਹਾਨੂੰ ਤੁਸੀਂ ਕੋਈ ਖਰੀਦਦਾ ਨਾ ਸਾਡੇ ਫਲੈਟ। ਤਾਂ ਅਸੀਂ ਇਹਦੇ ਨੇ ਕਿ ਹੁਣ ਦੱਸੋ ਕੀ ਕਰੀਏ? ਉੱਥੇ ਜਾਂਦੇ ਹਾਂ, ਉਹ ਕਹਿੰਦੇ ਤੁਸੀਂ ਕਿਉਂ ਖਰੀਦਿਆ? ਕੂੜੇ ਵਾਲੇ ਕੋਲ ਜਾ ਕੇ ਕਹਿ ਕੇ ਜਾਂਦੇ ਹਾਂ, ਉਹ ਕਹਿੰਦੇ ਤੁਸੀਂ ਦੇਖ ਕੇ ਖਰੀਦਣਾ ਸੀ। ਸਾਰੀ ਦੁਨੀਆ ਹੁਣ ਇਹਦੇ ਨੇ ਕਿ ਕਿਵੇਂ ਦੇਖ ਕੇ ਖਰੀਦੀ? ਉਸ ਟਾਈਮ ਤਾਂ ਇੰਨਾ ਢੇਰ ਹੈ ਨਹੀਂ ਸੀਗਾ ਜਦੋਂ ਇਹਦੇ ਨੇ ਕਿਹਾ। ਹੁਣ ਦੇਖੋ ਢੇਰ ਦੇ ਢੇਰ ਉੱਪਰ ਤੱਕ ਲੱਗੇ ਪਏ ਨੇ। ਤਾਂ ਅਸੀਂ ਕਿੱਥੇ ਜਾਈਏ, ਕੀ ਕਰੀਏ? ਆਪਣੀ ਸਾਰੀ ਇਹਦੇ ਨੇ ਕਿ ਪੂੰਜੀ ਅਸੀਂ ਇੱਥੇ ਫਲੈਟਾਂ 'ਚ ਲਗਾ ਲਈ ਹੈ। ਅੱਜ ਹੁਣ ਦੱਸੋ ਅਸੀਂ ਕਿੱਥੇ ਜਾਈਏ, ਕੀ ਕਰੀਏ? ਸਾਡਾ ਇਹਦੇ ਨੇ ਕੀ ਹੈ, ਆਪਣੇ ਸ਼ਹਿਰ ਦਾ ਕੋਈ ਆਪਣਾ CM ਹੈਗਾ, ਉਹਨਾਂ ਪਾਵਰ 'ਚ ਨੇ, ਸਾਡਾ ਉਧਾਰ ਕਰਨ। ਫਾਇਦਾ ਕੀ? ਉਹਨਾਂ ਨੂੰ ਵੋਟਾਂ ਲੈਣ ਲਈ ਸਾਰੇ ਆ ਜਾਂਦੇ ਨੇ ਤੇ ਸਾਡਾ ਇਹਦੇ ਨੇ ਕੋਈ ਉਧਾਰ ਨਹੀਂ ਕਰਦਾ ਹੈ। ਉਹਨਾਂ ਕੋਲ ਬੇਨਤੀ ਕਰਦੇ, ਉਹਨਾਂ ਤੋਂ ਉਮੀਦ ਰੱਖੀ ਸੀਗੀ ਜਦੋਂ CM ਬਣੇ ਸੀ ਵੀ ਖਰੜ ਦੇ ਬਣ ਕੇ ਨੇ, ਚੰਨੀ ਸਾਹਿਬ ਬਣੇ ਨੇ। ਚੰਨੀ ਸਾਹਿਬ ਬਣੇ ਤੇ ਉਹਨਾਂ ਨੂੰ ਚਾਹੀਦਾ ਨਾ ਤੁਸੀਂ ਘੱਟੋ ਘੱਟ ਆਪਣੇ ਇਹਦੇ ਨੇ ਕਿ ਹਲਕੇ ਦਾ ਤਾਂ ਕਰੋ ਉਧਾਰ। ਸਾਡਾ ਤੇ ਇੱਥੇ ਆ ਕੇ ਉਧਾਰ ਕਰੋ। ਅਮਰਿੰਦਰ ਸਿੰਘ ਜੀ ਬਣੇ ਸੀ ਜਦੋਂ, ਉਹਨਾਂ ਨੇ ਘੱਟੋ ਘੱਟ ਪਟਿਆਲੇ ਦਾ ਤਾਂ ਕਰਿਆ, ਸੁਧਾਰ ਕਰਿਆ। ਤੇ ਇਹਨਾਂ ਨੂੰ ਵੀ ਚਾਹੀਦਾ, ਚੰਨੀ ਨੂੰ ਵੀ ਚਾਹੀਦਾ ਤੁਸੀਂ ਕਰੋ। ਇੱਥੇ ਆ ਕੇ ਆ ਡੰਪ ਤੇ ਆ ਕੇ ਦੇਖੋ ਤਾਂ ਸਹੀ। ਇੱਕ ਦਿਨ ਵੀ ਨਹੀਂ ਕਦੇ ਆ ਕੇ ਦੇਖਿਆ। ਜਿਹੜਾ ਕੋਈ ਆਂਦਾ ਵੋਟ ਲੈਣ ਲਈ, ਵੋਟਾਂ ਲੈ ਕੇ ਨਾਲ ਦੇ ਚਲੇ ਜਾਂਦਾ, ਮੁੜ ਕੇ ਬਾਤ ਨਹੀਂ ਪੁੱਛਦੇ ਕਿਸੇ ਦੀ। ਫਿਰ ਇਹਨਾਂ ਨੂੰ ਚਾਹੀਦਾ ਕਿ ਸਾਡਾ ਧਿਆਨ ਰੱਖਣ, ਸਾਡੇ ਬੱਚਿਆਂ ਦਾ ਧਿਆਨ ਰੱਖਣ ਤੇ ਆ ਕੇ ਇਹਦੇ ਕਿ ਸਾਡੀ ਪ੍ਰੋਬਲਮ ਹੈ ਜਿਹੜੀ ਇਹਨੂੰ ਸੋਲਵ ਕਰਵਾਉਣ। ਖੁਦ ਰਹਿਣ, ਖੁਦ ਆ ਕੇ ਪਤਾ ਲੱਗੇ ਮੱਖੀਆਂ 'ਚ ਕਿਵੇਂ ਗੁਜ਼ਾਰਾ ਹੋਈਦਾ। ਖੁਦ ਬੈਠੇ ਨੇ ਕੋਠੀਆਂ ਦੇ ਵਿੱਚ, ਸਾਨੂੰ ਇੱਥੇ ਮਾਰ ਰੱਖਿਆ। ਹਾਂਜੀ, ਅਸੀਂ ਬਹੁਤ ਪਰੇਸ਼ਾਨ ਹਾਂ ਇਹਨਾਂ ਤੋਂ। ਜਿਹੜਾ ਦਰਦ ਆ ਇਹ ਝਲਕ ਰਿਹਾ ਹੈਗਾ। ਅਸੀਂ ਗੱਲਬਾਤ ਕਰ ਰਹੇ ਹਾਂ। ਮਾਤਾ, ਕੁਝ ਕਹਿਣਾ ਚਾਹੋਗੇ? ਤੁਹਾਡੇ ਕੋਲ ਪਹੁੰਚੇ ਹਾਂ ਅਸੀਂ। ਲਗਾਤਾਰ ਜਿਹੜੀ ਕਿ ਕਵਰੇਜ ਕਰਦੇ ਆ, ਹੱਕ ਤੇ ਸੱਚ ਦੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰੀ ਜਾਂਦੀ ਆ, ਪਰ ਅਸੀਂ ਅੱਜ ਤੁਹਾਡੇ ਤੱਕ ਪਹੁੰਚੇ ਆਂਗੇ। ਕੀ ਕਹੋਗੇ? ਅੱਜ ਇਹ ਡੰਪਿੰਗ ਦੇ ਢੇਰ ਲੱਗੇ। छत से गए थे, देख ली पूरी कंडीशन क्या है इसकी। हमारे तो बिल्कुल साथ है ये, और हमने कई धरने भी दिए, कुछ भी नहीं हुआ इसका आज तक। 3 साल हो गए हमारे को। यहाँ पे इतनी मक्खियाँ मच्छर है, कोई रिलेटिव नहीं बुला सकते हम, कुछ नहीं। इतना बहुत बुरा हाल है यहाँ पे। हाँ, बच्चों को बीमार हो जाते बच्चे, बड़े खुद बीमार है, बच्चों को तो क्या, बड़े भी बीमार है। और किसी को मैं कह रही बुला नहीं सकते। रिलेटिव पूछते हैं आपका घर कहाँ पे है, क्योंकि ये शो होता है डंप। पहले हम तो बेवकूफ़ बन ही गए, रिश्तेदारों को भी नहीं बुला सकते यहाँ पे। हाँ जी, हाँ जी। बस हमारी ये रिक्वेस्ट है कि हमारा डंप उठ जाए, जो भी आए यहाँ पे, जो भी सरकार हो, हमारा डंप उठ जाए। ਮਾਤਾ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀਗੀ ਕਿ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਇੱਕ ਵਾਰ ਘਰ ਬਣਾਉਂਦਾ ਗਾ, ਉਹ ਚਾਹੇ ਦੀ ਗੰਦਗੀ ਦੇ ਢੇਰ ਦੇ ਕੋਲ ਬਣੇ ਤੇ ਜਾਂ ਫਿਰ ਸਾਫ਼ ਸੁਥਰੀ ਜਗ੍ਹਾ ਦੇ ਉੱਪਰ ਬਣੇ। ਜਿਹੜਾ ਕੋਲੇ ਤਿਲ ਫੁੱਲ ਹੁੰਦਾ ਉਹ ਇੱਕ ਵਾਰ ਘਰ ਦੇ ਉੱਪਰ ਲੱਗ ਜਾਂਦਾ ਤੇ ਬਾਅਦ ਦੇ ਵਿੱਚੋਂ ਘਰ ਨਹੀਂ ਬਣਦਾ ਕਿਸੇ ਤੋਂ। ਤਾਂ ਇਹ ਜਿਹੜੀਆਂ ਤਸਵੀਰਾਂ ਨੇ ਵਾਕਈ ਤਰਸਯੋਗ ਨੇ, ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਡੰਪਿੰਗ ਦੇ ਕੂੜੇ ਦੇ ਢੇਰ ਲੱਗੇ ਹੋਏ ਨੇ, ਗੰਦਗੀ ਦੇ ਢੇਰ ਨੇ, ਬਿਮਾਰੀਆਂ ਫੈਲਦੀਆਂ ਨੇ ਇੱਥੇ। ਤਾਂ ਨੌਜਵਾਨ ਨੇ, ਕੀ ਕਹੋਗੇ ਭੈਣੇ? ਅੱਜ ਇੱਥੇ ਤੁਹਾਡੇ ਤੱਕ ਅਸੀਂ ਪਹੁੰਚ ਕਰੀ ਆ ਤਾਂ ਡੰਪਿੰਗ ਕੂੜੇ ਦੇ ਗੰਦਗੀ ਦੇ ਢੇਰ ਲੱਗੇ ਨੇ। इसकी तो बहुत तारीफ़ ही कर सकते हैं हम। मतलब यहाँ के CM होने के बावजूद भी ये नहीं कर रहे हैं अपने एरिया के लिए, तो फिर तो कोई मतलब हम किसी से रख ही नहीं सकते हैं उम्मीद। अगर
उनको चाहिए ना एक बार देखें आए यहाँ पे कितनी प्रॉब्लम में रह रहे हैं हम लोग, इतनी बीमारियाँ हो रही हैं, बच्चे हर तीसरे दिन बीमार हो रहे हैं, बड़ों में इतनी प्रॉब्लम्स आ रही हैं, हम अभी यंगस्टर्स हैं, हम में इतनी दिक्कतें होने लग गई हैं। बोलते हैं ना कि सफाई अभियान बोले कि पीएम ने हमारे चलाया है स्वच्छ भारत अभियान, तो ये है स्वच्छता, इससे बेटर तो कुछ हो ही नहीं सकता फिर। ਸੀਐਮ ਤਾਂ ਕਹਿੰਦੇ ਅਸੀਂ ਆਮ ਲੋਕਾਂ ਦੇ ਆਮ ਲੋਕਾਂ ਵਾਂਗ ਰਵਾਂਗੇ, ਸਾਨੂੰ ਬਾਂਦਰ ਕਿੱਲਾ ਵੀ ਆਉਂਦਾ, ਸਾਨੂੰ ਖਿੱਦੋ ਖਿੰਡੀ ਵੀ ਆਉਂਦੀ ਆ, ਸਾਨੂੰ ਮੰਜੇ ਬੁਣਨੇ ਵੀ ਆਉਂਦੇ, ਪੀੜੀਆਂ ਵੀ ਆਉਂਦੀਆਂ, ਉਹ ਤਾਂ ਇਹ ਗੱਲਾਂ ਕਰ ਰਹੇ ਨੇ। हम ये बोलते हैं कि एक दिन यहाँ आके स्टे कर लें, फिर उनको खुद ही पता चल जाएगा। एक दिन तो दूर की बात, 1 घंटा भी नहीं बैठ पाएंगे वो, जिस दिन बैठ जाएंगे उनको खुद ही पता चल जाएगा हमारी सिचुएशन। इतना प्रॉब्लम हो रहा है, इतनी मक्खियाँ, मतलब इतने मच्छर, इतनी मक्खियाँ, मतलब इतनी स्मेल, कुछ नहीं कर पाते हम। बाहर तो बैठने का है ही नहीं है सोर्स, कि थोड़ा सा तो चाहिए ना उनको कि हाँ मतलब अपने एरिया के लिए कुछ तो करें। अदरवाइज हमारे वोट डालने का तो मतलब अर्थ है, कुछ है ही नहीं पॉजिटिविटी हमारे लिए तो उस चीज़ की। थोड़ा तो चाहिए ना प्रॉब्लम सॉल्व करें। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ। ਮਾਤਾ, ਜਿਵੇਂ ਮੈਂ ਪਹਿਲਾਂ ਭੈਣ ਨਾਲ ਗੱਲ ਕਰ ਰਿਹਾ ਸੀ ਕਿ ਸੀਐਮ ਕਹਿੰਦੇ ਕਿ ਸਾਨੂੰ ਖਿੱਦੋ ਖਿੰਡੀ ਆਉਂਦੀ ਆ, ਮੰਜਾ ਬੁਣਨਾ ਆਉਂਦਾ, ਪੀੜੀਆਂ ਬੁਣ ਲੈਂਦੇ ਆ ਅਸੀਂ, ਤੇ ਇੱਧਰ ਵੀ ਧਿਆਨ ਤੋਂ ਮਾਰ ਲੈਂਦੇ ਨੇ ਕਈ ਵਾਰ ਆ ਕੇ। ਧਿਆਨ ਮਾਰੋ ਨਾ ਤੁਸੀਂ, ਇੱਧਰ ਕਿ ਮੰਜੇ ਬੁਣ ਦੋ, ਕਹਿਣ ਨੂੰ ਤਾਂ ਸਾਰੇ ਬੁਣ ਲੈਣਗੇ ਮੰਜੇ, ਪਰ ਆ ਕੇ ਦੇਖੋ ਤਾਂ ਸਹੀ, ਤੁਸੀਂ ਗੰਦ ਦੇ ਢੇਰ 'ਚ ਬਹਿ ਕੇ ਦੇਖੋ ਕਿਵੇਂ ਬੈਠੀ ਦਾ ਹੁੰਦਾ ਗੰਦ ਦੇ ਢੇਰ 'ਚ, ਕਿਵੇਂ ਬੱਚਿਆਂ ਨੂੰ ਲੈ ਕੇ ਤੁਸੀਂ ਬੈਠੋਗੇ, ਤੁਹਾਡੇ ਬੱਚੇ ਬਿਮਾਰ ਹੋਣਗੇ, ਫਿਰ ਪਤਾ ਲੱਗੂਗਾ ਵੀ ਬੱਚੇ ਤਾਂ ਸਾਰੇ ਸਾਂਝੇ ਹੁੰਦੇ ਨੇ। ਤੁਸੀਂ ਇਹ ਕੀ ਮਤਲਬ ਤੁਸੀਂ ਇੱਥੇ ਸਾਡੀ ਗੰਦਗੀ ਨਹੀਂ ਸਾਫ਼ ਕਰ ਸਕਦੇ, ਤੁਸੀਂ ਵੱਡੇ ਵੱਡੇ ਵਾਅਦੇ ਕਰਦੇ ਹੋ ਅਸੀਂ ਆਹ ਕਰਾਂਗੇ, 1000 ਰੁਪਏ ਦੇਵਾਂਗੇ, 2000 ਰੁਪਏ ਦੇਵਾਂਗੇ, ਵਾਅਦੇ ਕਰਕੇ ਬਾਅਦ 'ਚ ਪਤਾ ਨਹੀਂ ਲੱਗਦਾ, ਭੂਤਾਂ ਦੀ ਤਰ੍ਹਾਂ ਭੱਜ ਜਾਂਦੇ ਨੇ, ਮੁੜ ਕੇ ਆਉਂਦੇ ਹੀ ਨਹੀਂ ਵਾਪਸ। ਇਹ ਥੋੜੀ ਹੋਣਾ ਚਾਹੀਦਾ, ਤੁਸੀਂ ਪਾਵਰ 'ਚ ਹੈਗੇ ਹੋ, ਘੱਟੋ ਘੱਟ ਆਪਣੇ ਇਲਾਕੇ ਨੂੰ ਤਾਂ ਦੇਖੋ ਆ ਕੇ। ਇੱਕ ਦਿਨ ਨਹੀਂ ਕਦੇ ਚੰਨੀ ਸਾਹਿਬ ਆਏ, ਹਾਂ ਉਹਨਾਂ ਨੂੰ ਆਉਣਾ ਚਾਹੀਦਾ, ਇੱਥੇ ਆ ਕੇ ਦੇਖਣੀ ਚਾਹੀਦੀ ਹੈ। ਸਾਡੀ ਜੇ ਪ੍ਰੋਬਲਮ ਨਹੀਂ ਸੋਲਵ ਕਰਨਗੇ ਇਹਦੇ ਨੇ ਕਿ ਫਿਰ ਅਸੀਂ ਕਿਵੇਂ ਉਹਨਾਂ ਨੂੰ ਵੋਟਾਂ ਪਾਵਾਂਗੇ, ਅਸੀਂ ਨਹੀਂ ਕੋਈ ਪਾਵਰ 'ਚ ਲਿਆਵਾਂਗੇ। ਹਾਂਜੀ, ਸਾਡੇ ਭਾਵੇਂ ਤਾਂ ਹੈ ਨਾ ਹਾਈਕ ਬਰਾਬਰ ਨੇ। ਬਈ ਤੁਸੀਂ ਇੱਥੋਂ ਦੇ ਪ੍ਰਧਾਨ ਰਹੇ ਹੋ, ਤੁਸੀਂ ਇੱਥੋਂ ਦਾ ਏਰੀਆ ਦੇਖਦੇ ਰਹੇ ਹੋਗੇ, ਜਿਵੇਂ ਇੱਕ ਮੋਹਤਵਾਰ ਜੇ ਆਪਾਂ ਕਹਿ ਲਈਏ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ 'ਚ ਸਰਪੰਚ ਹੁੰਦਾ, ਚਲੋ ਜਿਹੜੀ ਆ ਦਰਪਣ ਸਿਟੀ ਆ ਇਹਦਾ 5-7 ਘਰਾਂ ਦਾ ਇੱਕ ਮੈਂਬਰ ਮੇਨ ਰੱਖ ਲੈਂਦੇ ਆ ਵੀ ਹਾਂ ਚੱਲ ਤੁਸੀਂ ਗੱਲ ਕਰਨੀ ਆ, ਜੇਕਰ ਕੋਈ ਆਵੇ ਤਾਂ ਕਿੰਨੇ ਕੁ ਲੋਕ ਆਏ ਨੇ, ਕਿੰਨੇ ਕਿਥੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ, ਕਿੰਨੇ ਕਿਥੇ ਲੀਡਰ ਆਏ ਨੇ ਕਿਸੇ ਵੱਖ-ਵੱਖ ਪਾਰਟੀਆਂ ਤੋਂ? ਇੱਥੇ ਸਰ ਜੀ ਸਭ ਨੂੰ ਪਤਾ ਹੈਗਾ, ਇੱਥੇ ਲੀਡਰ ਪਹਿਲਾਂ ਤਾਂ ਗਿੱਲ ਸਾਹਿਬ ਨੂੰ ਹੀ ਪਤਾ ਹੈਗਾ। ਉਹ ਐਕਚੁਅਲੀ ਮੇਰੀ ਗੱਲ ਉਹਨਾਂ ਨਾਲ ਹੋਈ ਵੀ ਸੀਗੀ, ਉਹ ਕਹਿੰਦੇ ਸੀ ਸਰ ਪਾਰਟੀ ਮੀਟਿੰਗ ਇੱਕ ਬੁਲਾਵਾਂਗੇ। ਇੱਥੇ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਬਿਲਕੁਲ ਕੋਈ ਕੰਮ ਹੋਣਾ ਨਹੀਂ ਹੈਗਾ। ਤੇ ਚੰਨੀ ਸਾਹਿਬ ਨਾਲ ਵੀ ਅਸੀਂ ਕੰਟੈਕਟ ਕਰਦੇ ਰਹੇ ਹਾਂ, ਪਤਾ ਸਾਰਿਆਂ ਨੂੰ ਪਤਾ ਆ, ਪਰ ਪ੍ਰਸ਼ਾਸਨ ਨੇ ਇਹਨਾਂ ਨੇ ਲੀਜ਼ ਤੇ ਕਿਤੇ ਜਗ੍ਹਾ ਲਈ ਹੋਈ ਸੀਗੀ, ਉਹ ਲੀਜ਼ ਤੇ ਪ੍ਰੋਬਲਮ ਆ ਗਈ ਕਿ ਉੱਥੋਂ ਦੇ ਪਿੰਡ 10 ਪਿੰਡ ਜਿਹੜੇ ਇਕੱਠੇ ਹੋ ਕੇ ਨਾ ਉਹਨਾਂ ਨੇ ਲਿਖ ਕੇ ਦੇ ਦਿੱਤਾ ਤੇ ਡੀਸੀ ਸਾਹਿਬ ਦੇ, ਤਾਂ ਉਸ ਦੇ ਕਰਕੇ ਉਹਦੇ ਰਿਗਾਰਡਿੰਗ ਇਹ ਫਿਰ ਉਹ ਜਿਹੜਾ ਸ਼ਿਫਟ ਹੋਣਾ ਸੀਗਾ ਇਹ ਰੁਕ ਗਿਆ। ਅਸੀਂ ਤਕਰੀਬਨ ਸਾਡੀਆਂ ਲੈਟਰਾਂ ਵੀ ਉਹਨਾਂ ਨੂੰ ਜਾਂਦੀਆਂ ਈਵਨ, ਤੇ ਉਹਨਾਂ ਨੂੰ ਮਿਲਦੇ ਵੀ ਰਹਿੰਦੇ ਆ, ਮੀਟਿੰਗਾਂ ਵੀ ਉਹਨਾਂ ਨਾਲ ਹੁੰਦੀਆਂ ਆ, ਠੀਕ ਹੈ ਜੀ। ਤੇ ਡੀਸੀ ਸਾਹਿਬ ਆਪ ਵੀ ਜਿਹੜੇ ਐਸਡੀਐਮ ਸਾਹਿਬ ਪਹਿਲਾਂ ਇੱਥੇ ਸੀਗੇ ਉਹ ਵੀ ਇੱਥੇ ਆਉਂਦੇ ਰਹੇ, ਵਿਜ਼ਿਟ ਵੀ ਕੀਤੀ ਆ ਉਹਨਾਂ ਨੇ, ਮੈਂ ਈਓ ਸਾਹਿਬ ਵੀ ਈਵਨ ਆਏ ਆ ਇੱਥੇ, ਪਰ ਲੇਕਿਨ ਨਾਮ ਸੀ ਉਹਨਾਂ ਦਾ ਜਿਹੜੇ ਐਸਡੀਐਮ ਸਾਹਿਬ ਆਏ ਸੀ, ਈਓ ਸਾਹਿਬ ਆਏ ਸੀ? ਐਸਡੀਐਮ ਆਪਣੇ ਜੈਨ ਸਾਹਿਬ ਹਾਂਜੀ, ਉਹ ਵੀ ਆਏ ਆ ਇੱਥੇ। ਤੇ ਤਕਰੀਬਨ ਈਓ ਸਾਹਿਬ ਵੀ ਆਏ ਸੀਗੇ, ਬਾਲੀਆ ਜੀ, ਠੀਕ ਹੈ ਜੀ, ਰਮੇਸ਼ ਸ਼ਰਮਾ ਜੀ, ਹੁਣ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਆ, ਬਟ ਪਰ ਇਹਦੇ ਰਿਗਾਰਡਿੰਗ ਕੋਈ ਠੋਸ ਜਿਹੜਾ ਆ ਉਹ ਇਹਨਾਂ ਨੇ ਇੱਥੋਂ ਸ਼ਿਫਟਿੰਗ ਨਹੀਂ ਹੋ ਪਾਈ ਹਜੇ ਤੱਕ। ਤੇ ਅਸੀਂ ਤਾਂ ਹੁਣ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ, ਬਾਕੀ ਸਾਡਾ ਥੋੜਾ ਜਿਹਾ ਇਹ ਵੀ ਆ, ਅਸੀਂ ਧਰਨੇ ਵੀ ਦਿੱਤੇ ਸੀ ਇਸ ਦੇ ਰਿਗਾਰਡਿੰਗ, ਕਾਫੀ ਧਰਨੇ ਹੋਏ ਆ, ਜਿਹਦੇ ਵਿੱਚ ਗਗਨ ਮਾਨ ਜੀ ਵੀ ਜਿਹੜੇ ਇੱਥੋਂ ਦੇ ਕੈਂਡੀਡੇਟ ਹੈਗੇ ਆਮ ਆਦਮੀ ਪਾਰਟੀ ਦੇ, ਉਹ ਸ਼ਾਮਲ ਹੋਏ ਸੀਗੇ। ਤੇ ਉਹਨਾਂ ਨੇ ਸਾਨੂੰ ਤੱਕ ਤੁਸੀਂ ਕਿਹਾ ਸੀ ਕਿ ਹਾਈ ਕੋਰਟ ਵੀ ਕੋਈ ਚੱਲ ਰਹੀ ਹੈ ਗੱਲਬਾਤ? ਕੇਸ ਚੱਲ ਰਿਹਾ ਸਾਡਾ ਆਲਰੇਡੀ, ਹਾਈ ਕੋਰਟ ਸਾਡਾ ਕੇਸ ਚੱਲ ਰਿਹਾ, ਤੇ ਉਹ ਵੀ ਤੁਹਾਨੂੰ ਪਤਾ ਹੀ ਆ ਹੁਣ ਹਜੇ ਤੱਕ ਵੀ ਉੱਥੋਂ ਵੀ ਹਜੇ ਡੇਟ ਤੋਂ ਡੇਟ ਮਿਲ ਰਹੀ ਆ, ਦੇਖੋ ਹਜੇ। ਬਾਕੀ ਪ੍ਰਸ਼ਾਸਨ ਤੇ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਬਾਰੇ ਉਹ ਜਿੱਥੇ ਜਗ੍ਹਾ ਲਈ ਹੋਈ ਆ ਲੀਜ਼ ਤੇ ਐਟਲੀਸਟ ਉੱਥੇ ਸ਼ਿਫਟ ਤਾਂ ਜ਼ਰੂਰ ਕਰਨ ਇਹਨੂੰ। ਭਰੋਸਾ ਹੈ ਹਾਈ ਕੋਰਟ ਤੇ ਵੀ ਹਾਂ ਸਾਨੂੰ ਜਿਹੜਾ ਕਿ ਕੁਛ ਨਾ ਕੁਛ ਮਿਲੂਗਾ, ਜਿਹੜਾ ਸਾਡਾ ਇਨਸਾਫ ਆ ਉਹ ਹੋਊਗਾ ਹਾਈ ਕੋਰਟ ਤੋਂ? ਦੇਖੋ ਭਰੋਸੇ ਤੇ ਹੀ ਸਾਰਾ ਕੁਝ ਟਿਕਿਆ ਹੋਇਆ ਹੈ। ਭਰੋਸਾ ਦੂਜਾ ਸਾਡਾ ਇਹ ਤੇ ਵੀ ਆ, ਜੇ ਸਰਕਾਰ ਕੋਈ ਚੇਂਜ ਹੁੰਦੀ ਆ, ਕੁਝ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਜਿਹੜੇ ਸਾਡੇ ਵਾਅਦੇ ਕਰ ਰਹੇ ਆ, ਤੇ ਜੇ ਉਹਨਾਂ ਨਾਲ ਕੁਝ ਉਹ ਕਰ ਦੇਣ ਕੁਝ, ਠੀਕ ਹੈ ਜੀ, ਤੇ ਭਰੋਸੇ ਤੇ ਤਾਂ ਸਾਰਾ ਕੁਝ ਟਿਕਿਆ ਹੋਇਆ, ਦੇਖਦੇ ਆ ਬਾਕੀ ਕੀ ਚੱਲਦਾ ਭਾਜੀ।
ਤਾਂ ਅਸੀਂ ਇਸ ਵਕਤ ਇੱਥੇ ਗੱਲਬਾਤ ਕਰੀ ਆ ਤਾਂ ਮਾਤਾ ਕੁਝ ਬੋਲਣਾ ਚਾਹੋਗੇ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਗੰਦਗੀ ਦੇ ਢੇਰ ਨੇ ਹੁਣ ਤਾਂ ਸ਼ਾਇਦ ਜੇ 2-4 ਸਾਲ ਹੋ ਰਹੇ ਨੇ ਤਾਂ ਇੱਧਰ ਨੂੰ ਆ ਜਾਣਾ ਇਹ ਹਾਂਜੀ ਉਹ ਤਾਂ ਆਣਾ ਹੀ ਹੈ ਜੀ। ਇਹ ਤਾਂ ਇਹ ਗੰਦਗੀ ਦਾ ਢੇਰ ਤਾਂ ਹੈ ਹੀ। ਥੋੜੀ ਜਿਹੀ ਅੱਗ ਲੱਗੀ ਪਹਿਲਾਂ ਵੀ ਲੱਗੀ ਦੀ ਵਿੱਚ ਨੂੰ ਜੀ 2-3 ਦਿਨ ਲੱਗੀ ਰਹੀ ਇਹਨਾਂ 'ਚ। ਜਦੋਂ ਜ਼ਿਆਦਾ ਕੋਈ ਬੰਬ ਰੱਖਦੇ ਕੁਝ ਫੁੱਟ ਜੇ ਜੀ ਇਹ ਤਾਂ ਸਾਰੇ ਮਕਾਨਾਂ ਦੇ ਅੰਦਰ ਜਾ ਕੇ ਵੀ ਸਿੱਟਣਾ ਜੀ ਕੂੜਾ। ਤੇ ਬਾਕੀ ਬੱਚਿਆਂ ਦੇ ਜਿਹੜੀ ਬਿਮਾਰੀਆਂ ਫੈਲ ਰਹੀਆਂ ਜੀ ਉਹ ਸਾਂਸ ਲੈਣੇ ਮਾ ਵੀ ਦਿੱਕਤ ਆਉਂਦੀ ਹੈ ਜੀ। ਕਈ ਵਾਰ ਤਾਂ ਬਾਹਰ ਨਾ ਦਰਵਾਜ਼ਾ ਖੋਲ ਕੇ ਵੀ ਨਹੀਂ ਕੱਢ ਸਕਦੇ, ਇੰਨੀ ਜ਼ਿਆਦਾ ਦਿੱਕਤ ਆਉਂਦੀ, ਬਹੁਤ ਜ਼ਿਆਦਾ। ਇਸ ਤਰ੍ਹਾਂ ਮੀਂਹ ਪੈ ਗਿਆ 2-3 ਦਿਨ ਲਗਾਤਾਰ, ਇੰਨੀ ਜ਼ਿਆਦਾ ਗੰਦੀ ਸਮੈਲ ਆਉਂਦੀ ਹੈ ਜੀ। ਬਾਕੀ ਸੀ ਇਹਨੂੰ ਚੰਨੀ ਨੂੰ ਇਹਨਾਂ ਨੂੰ ਚਾਹੀਦਾ ਸੀ 2-3 ਵਾਸਤੇ ਵੀ ਸੀ, ਕੁਝ ਨਹੀਂ ਕੀਤਾ ਇਹਨਾਂ ਨੇ ਖਰੜ ਦੇ ਲਈ। ਕੁਝ ਤਾਂ ਕਰਨਾ ਚਾਹੀਦਾ ਸੀ, 1 ਵਾਰ 2 ਵਾਰ ਕੁਝ ਵਾਰ ਆ ਕੇ ਤਾਂ ਵੇਖਦੇ, ਕੁਝ ਵੀ ਨਹੀਂ ਉਹਨਾਂ ਨੇ ਕੀਤਾ। ਸਾਨੂੰ ਤਾਂ ਇਹੀ ਉਮੀਦ ਸੀ ਵੀ ਚਲੋ ਹੁਣ ਆਪਣੇ ਇਲਾਕੇ ਦਾ ਬਣਿਆ ਹੈ ਵੀ ਕੁਝ ਨਾ ਕੁਝ ਕਰੇਗਾ। ਜ਼ਿਆਦਾ ਤਾਂ ਡੰਪਿੰਗ ਤਾਂ ਸਾਰੇ ਹੀ ਖਰੜ ਨੂੰ ਹੈ। ਦੇਖੋ ਜੀ ਇੰਨੀ ਜ਼ਿਆਦਾ ਇੱਥੇ ਗੰਦਗੀ ਮਹਿਸੂਸ ਹੈ, ਬਹੁਤ ਜ਼ਿਆਦਾ। ਕੋਈ ਗੈਸਟ ਆ ਜਾਂਦੇ ਆ ਜੀ, ਸਾਨੂੰ ਪੁੱਛਦੇ ਆ ਕੀ ਹੈ, ਅਸੀਂ ਕੁਝ ਵੀ ਨਹੀਂ ਦੱਸ ਸਕਦੇ ਹੈਗੇ। ਦੱਸ ਦਿਆ ਕਰੋ ਕਿ ਪਾਰਕਿੰਗ ਬਣਾਈ ਇੱਧਰਲੇ ਪਾਸੇ ਘੁੰਮਣ ਫਿਰਨ ਨੂੰ। ਇੰਨੀ ਮਤਲਬ ਬਹੁਤ ਸਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਜੀ, ਬਹੁਤ ਜ਼ਿਆਦਾ। ਗੈਸਟ ਅਸੀਂ ਬੁਲਾ ਹੀ ਨਹੀਂ ਸਕਦੇ ਆਪਣੇ ਘਰ, ਬਿਲਕੁਲ ਵੀ ਨਹੀਂ ਬੁਲਾ ਸਕਦੇ। ਅਗਰ ਕੋਈ ਗੈਸਟ ਬੁਲਾਵਾਂਗੇ ਤੇ ਉਹਨੂੰ ਰਾਤ ਦਾ ਟਾਈਮ ਦਿੰਦੇ ਕਿ ਅਸੀਂ ਡਿਊਟੀ ਤੋਂ, ਅਸੀਂ ਝੂਠ ਬੋਲਦੇ ਆ ਉਹਨਾਂ ਦੇ ਲਈ ਕਿ ਅਸੀਂ 9 ਵਜੇ ਆਣਾ ਹੈ ਆਫਿਸ ਤੋਂ ਵਾਪਸ, ਤੇ ਅਸੀਂ ਤਦ ਤੁਸੀਂ ਆਏ ਹੋ। ਸਾਡੇ ਲਈ ਇੰਨੀ ਮੁਸ਼ਕਿਲ ਹੋਈ ਪਈ ਹੈ ਕਿ ਅਸੀਂ ਕੋਈ, ਮੈਂ ਤਾਂ ਬਿਲਕੁਲ ਹੀ ਲੋਕਲ ਰਹਿਣੇ ਵਾਲੀ, ਮੇਰੇ ਤੋਂ ਗੈਸਟ ਕਹਿੰਦੇ ਨਵਾਂ ਕਰ ਲਿਆ, ਹੁਣ ਤੱਕ ਕਦੀ ਬੁਲਾਇਆ ਹੀ ਨਹੀਂ ਹੈਗਾ। ਕੀ ਕਹੀਏ ਉਹਨਾਂ ਨੂੰ ਕਿ ਕਿਉਂ ਨਹੀਂ ਬੁਲਾਇਆ? ਨਹੀਂ ਇਹ ਤਾਂ ਜ਼ਰੂਰੀ ਹੈ ਜੀ, ਡੰਪਿੰਗ ਤਾਂ ਜ਼ਰੂਰੀ ਚੁਕਾਉਣਾ ਚਾਹੀਦਾ ਜੀ। ਕੋਈ ਵੀ ਆਵੇ ਵੋਟ ਲੈਣ ਆਵੇ, ਅੱਗੇ ਨੂੰ ਕਿਸੇ ਨੂੰ ਆਪਾਂ ਵੋਟਾਂ ਵੀ ਪਾਣੀਆਂ ਜੀ, ਸਾਮਾ ਪਹਿਲਾਂ ਇਹੀ ਚਾਹੀਦਾ ਹੈ। ਨਹੀਂ ਤਾਂ ਵੋਟ ਸਾਡੀ ਕਿਸੇ ਕੰਮ ਦੀ ਨਹੀਂ ਹੈਗੀ। ਜਿਹੜਾ ਸਾਡੇ ਡੰਪ ਚੱਕੂਗਾ ਸਾਡੇ ਵਾਸਤੇ ਤਾਂ ਉਹ ਰੱਬ ਹੈ, ਉਹੀ ਰੱਬ ਹੈ। ਜਿਹੜਾ ਆਊਗਾ ਉਹ ਵੋਟਾਂ ਲਊਗਾ, ਵਾਅਦੇ ਨਾਲ ਗੱਲਾਂ ਕਰਕੇ ਦਿਖਾਵੇ, ਪ੍ਰੈਕਟੀਕਲੀ ਕਰਕੇ ਦਿਖਾਵੇ ਜੀ। ਨਹੀਂ ਤਾਂ ਸਾਰੇ ਕੂੜੇ ਦੇ ਢੇਰ ਜਾ ਕੇ ਚੰਨੀ ਦੇ ਅੱਗੇ ਲਾਓ, ਸੀਐਮ ਦੇ ਘਰ ਦੇ ਅੱਗੇ ਲਾਓ, ਦੇਖੋ 2 ਦਿਨ ਚ ਕੂੜਾ ਚੱਕਿਆ ਜਾਂਦਾ ਹੈ। ਸਾਡੀ ਆਮ ਪਬਲਿਕ ਦੀ ਕੋਈ ਨਹੀਂ ਸੁਣਦਾ ਹੈਗਾ। ਹਾਂਜੀ ਸਾਡੇ ਵਾਸਤੇ ਉਹੀ ਰੱਬ ਹੈ। ਜੇ ਚੰਨੀ ਸਾਡਾ ਕੁਝ ਕਰੂਗਾ ਤਾਂ ਚੰਨੀ ਆਉਣ ਵਾਲੇ ਵਕਤ ਵਿੱਚ ਸੀਐਮ ਬੜਿਆ ਹੀ ਰਹੇਗਾ, ਨਹੀਂ ਤਾਂ ਚੰਨੀ ਜਾਵੇ ਪਹਾੜ 'ਚ, ਅਸਾਂ ਕੋਈ ਜ਼ਿੰਮੇਵਾਰ ਨਹੀਂ ਆ। ਹਾਂ ਨਹੀਂ ਇਹ ਦੇਖੋ ਅਸੀਂ ਬਹੁਤ ਦੁਖੀ ਹਾਂ ਜੀ, ਬਹੁਤ ਦੁਖੀ ਹਾਂ ਅਸੀਂ। ਪਤਾ ਨਹੀਂ ਕਿਵੇਂ ਪੈਸਾ ਕਰਕੇ ਅਸੀਂ ਇਹਦੇ ਨੇ ਕਿ ਮਕਾਨ ਬਣਾਏ ਨੇ। ਅੱਜ ਅਸੀਂ ਇੰਨੇ ਪਰੇਸ਼ਾਨ ਹੋਏ ਪਏ ਆ, ਨਾ ਅਸੀਂ ਨਾ ਮਕਾਨ ਵਿਕਦੇ ਨੇ, ਨਾ ਅਸੀਂ ਹੋਰ ਖਰੀਦ ਸਕਦੇ ਆ। ਕਿੱਥੋਂ ਮੰਗ ਕੇ ਲਈਏ? ਚੰਨੀ ਸਾਡੇ ਘਰ ਪੂਰੇ ਕਰੂਗਾ? ਬਹੁਤ ਪਰੇਸ਼ਾਨ ਆ। ਚੰਨੀ ਆ ਕੇ ਸਾਨੂੰ ਮਿਲੇ ਚੱਕ ਦਿੰਦੇ ਆ ਜੀ, 3ਜੀ ਮੰਜ਼ਲ ਤੇ ਵੀ ਉੱਚਾ ਚੱਕ ਦਿੰਦੇ ਆ ਇਹ ਆਹ ਵਾਲਾ। ਆ ਸਾਨੂੰ ਇੰਨਾ ਮਤਲਬ ਲੱਗਦਾ ਨਾ, ਦੀਵਾਰਾਂ ਤੋੜ ਜਾਂਦੀਆਂ। ਅਸੀਂ ਫਿਰ ਕਲੈਕਸ਼ਨ ਕਰਕੇ ਆਪਣੀ ਦੀਵਾਰਾਂ ਆਪ ਬਣਵਾ ਰਹੇ ਹਾਂ। ਹੁਣ ਵੀ ਦੁਬਾਰਾ ਬਣਵਾਈ ਆ, ਸਾਰੀ ਤੋੜਤੀ ਸੀ। ਇਸ ਤਰ੍ਹਾਂ ਦੇ ਮਕਾਨ ਸਾਡੇ ਚੱਲ ਰਹੇ ਨੇ, ਅਸੀਂ ਕਿੰਨਾ ਕੁ ਭਰੀ ਜਾਵਾਂਗੇ? ਅਸੀਂ ਕੋਈ ਟਾਟਾ ਬਿਰਲਾ ਤਾਂ ਹੈ ਨਹੀਂਗੇ, ਸਾਡੇ ਕੋਈ 2 ਨੰਬਰ ਦੀ ਕਮਾਈ ਨਹੀਂ ਹੈ। ਮਿਨਿਸਟਰ ਦੇ ਕੋਠੀਆਂ 2 ਦਿਨਾਂ 'ਚ ਖੜੀਆਂ ਹੋ ਜਾਂਦੀਆਂ। ਅਸੀਂ ਕੋਈ ਮਿਨਿਸਟਰ ਨਹੀਂ ਹੈਗੇ, ਨਾ ਸਾਡਾ ਕੋਈ ਕਾਲਾ ਧਨ ਹੈ। ਕਿਸ਼ਤ ਕਿੰਨੀ ਆਉਂਦੀ ਹੈ ਬੇਬੇ? ਕਿਸ਼ਤ ਕਿੰਨੀ ਆ ਮਕਾਨ ਦੀ? ਸਾਡੀਆਂ 15,000 ਰੁਪਏ ਕਿਸ਼ਤ ਆਉਂਦੀ ਹੈ। ਕਿਵੇਂ ਅਸੀਂ ਕਿਸ਼ਤ ਕਰੀਏ? ਇੱਕ ਤਨਖਾਹ ਸਾਡੀ ਕਿਸ਼ਤ ਚਲੀ ਜਾਂਦੀ ਹੈ। ਤਾਂ ਕਹਿੰਦੇ ਕਿ 2000 ਰੁਪਇਆ ਬੀਬੀਆਂ ਨੂੰ ਦੇਵਾਂਗੇ ਅਸੀਂ। ਕੋਈ ਨਹੀਂ ਦਿੰਦਾ, ਸਵਾਹ ਦੇਣਗੇ 2000 ਰੁਪਏ। ਇਹਨਾਂ ਦੇ ਢਿੱਡ ਖੁਦ ਦੇ ਭਰਦੇ ਨਹੀਂ, ਸਾਨੂੰ 2000 ਦੇਣਗੇ। ਸਾਨੂੰ ਤਾਂ ਅੱਜ ਤੱਕ ਹੈ 1 ਰੁਪਿਆ ਨਹੀਂ ਕਦੇ ਦਿੱਤਾ ਹੈਗਾ। ਬਹੁਤ ਸਾਨੂੰ ਹਰਖ ਚੜਿਆ ਹੋਇਆ ਇਹਨਾਂ ਤੇ ਮਿਨਿਸਟਰ ਦੇ ਉੱਤੇ। ਸਰਕਾਰ ਰਹੀ ਕਾਂਗਰਸ ਦੀ ਵੀ, ਬੀਜੇਪੀ ਦੀ ਵੀ, ਅਕਾਲੀਆਂ ਦੀ ਵੀ, ਠੀਕ ਹੈ, ਸਾਨੂੰ ਅੱਜ ਤੱਕ 1 ਰੁਪਿਆ ਨਹੀਂ ਮਿਲਿਆ ਕਿਸੇ ਤੋਂ ਵੀ। ਸਾਡਾ ਡੰਪ ਚੱਕ ਦੇਣ, ਸਾਡਾ ਇਹੀ ਪੈਸਾ ਹੈ। ਅਸੀਂ ਸਾਡਾ ਪਿਛਲੀ ਵਾਰ ਕਾਂਗਰਸ ਨੂੰ ਵੋਟਾਂ ਪਾਈਆਂ ਹੈ, ਠੀਕ ਹੈ, ਮੈਨੂੰ 5 ਸਾਲ ਹੋ ਜਾਣੇ ਸੀ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਸਾਡਾ ਕੁਝ ਨਹੀਂ ਬਣਿਆ ਹੈ। ਸਾਰੀ ਉਮਰ ਸਾਨੂੰ ਕਾਂਗਰਸ ਦੀ ਵੋਟਾਂ ਪਾਉਂਦੇ ਹੋ ਗਏ, ਸਾਡਾ ਤਾਂ ਕੁਝ ਬਣਿਆ ਨਹੀਂ ਹੈਗਾ। ਮਕਾਨ ਵੀ ਸਾਰੀ ਉਮਰ ਲੰਘ ਗਈ, ਹੁਣ ਮਕਾਨ ਬਣਿਆ ਉਹ ਵੀ ਕੂੜੇ ਦੇ ਢੇਰ ਦੇ ਉੱਤੇ। ਈਵਨ ਇੱਥੇ ਨਾ ਰੋਡਾਂ ਦਾ ਵੀ ਬਹੁਤ ਬੁਰਾ ਹਾਲ ਹੈ ਜੀ। 2 ਸੜਕਾਂ ਸਾਡੀਆਂ ਪਾਸ ਹੋਈਆਂ ਸੀਗੀਆਂ, ਐਸਟੀਮੇਟ ਹੋਏ ਆ, ਇਹਨਾਂ ਨੇ ਉਹ ਹਜੇ ਤੱਕ ਨਹੀਂ ਬਣਾਈਆਂ ਹੈਗੀਆਂ। ਅਸੀਂ ਇਹਨਾਂ ਨੂੰ ਵੀ ਮਿਲੇ ਸੀ ਜਿਹੜੇ ਲੌਂਗੀਆ ਸਾਹਿਬ ਆ ਪ੍ਰਧਾਨ ਹੁਣ, ਤੇ ਲੇਕਿਨ ਉਹ ਪਾਸ ਹੋਈਆਂ ਆ, ਬਣੀਆਂ ਨਹੀਂ ਹਜੇ ਤੱਕ। ਤਾਂ ਉਸ ਤੋਂ ਬਾਅਦ 4 ਰੋਡ ਤੁਸੀਂ ਦੇਖ ਸਕਦੇ ਹੋ, ਬਰਸਾਤ ਦੇ ਵਿੱਚ ਤਾਂ ਲੰਘਿਆ ਨਹੀਂ ਜਾਂਦਾ ਹੈਗਾ। ਰੋਡ, ਸੀਵਰੇਜ ਸਾਡਾ ਵੈਸੇ ਅੰਦਰ ਇੰਟਰਨਲ ਵੀ ਬਹੁਤ ਜ਼ਿਆਦਾ ਖਰਾਬ ਆ। ਜਿਹੜੀ ਚੀਜ਼ ਮਤਲਬ ਇੰਟਰਨਲ ਵਰਕ ਜਿਹੜਾ ਆ ਉਹ ਪੂਰਾ ਨਹੀਂ ਬਿਲਡਰ ਨੇ ਕਰਕੇ ਦਿੱਤਾ ਸਾਨੂੰ। ਤਾਂ ਅਸੀਂ ਮਾਤਾ ਦੇ ਨਾਲ ਗੱਲ ਕਰਾਂਗੇ। ਬੇਬੇ ਕਿੰਨੀ ਉਮਰ ਹੋ ਗਈ ਤੁਹਾਡੀ? ਕਿੰਨੇ ਕ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ? मैं 2017 से हूँ यहाँ आए। ਉਮਰ ਕਿੰਨੀ ਹੋ ਗਈ? मेरे 2 साल है, 60 साल होना 2 साल रहेगी। 60 ਸਾਲਾਂ 'ਚ ਆਹ ਵਿਕਾਸ ਦੇਖਿਆ ਸੀ ਕਦੇ ਜਿਹੜਾ ਪਿਛਲੇ ਪਾਸੇ ਹੋਇਆ ਪਿਆ? हम तो चंडीगढ़ थे ना पहले, फिर इतने रिटायर हो गए। मेरे आदमी है ना अंकल, इतने बच्चों मकान बुकिंग कर दिया 2015 में, बैंक से लोन लेगी हैं, लोन बैंक की जाती है। इतने 2017 में अंकल रिटायर हो गए, इतने आगे हम बिल्डर ले चाबी दे दिया, लोन जाता है। फिर इधर आए, अब कहाँ जाएंगे? जो पूंजी था यहाँ लग गया, बैंक लोन ले जाती है, बिल्डर ले मकान बेच दिया। इधर से बच्चे आए नहीं, हम तो आए नहीं, बच्चों ने बुकिंग करा था ना मेरे बेचारे। इधर से सारा ये बंगर था, इधर से द्वार लगाए, हम पीछे से आए। एक दिन जो चाबी मिला हम इधर से आए, कूड़े के ढेर
अब कहाँ जाएंगे, ना मकान बिकता ना दूसरा घर है, हैं? अंकल बनी आई नहीं मेरा। देखो जी, है ना, इतना बदबू आता है, मैं तो बीमार हूँ, मेरे को तो इतना शुगर की मरीज हूँ, इतना बदबू आता है, बाहर निकले नहीं सकते मक्खी कूड़े से। देखो जी, ये कूड़ा उड़ता ही नहीं। हम तो कई बार जाते थे, वो नहीं एमसी के दफ्तर नीचे, वहाँ गए कई बार बैठे, अब तो जाना नहीं छोड़ दिया हमने। ये कूड़ा उठना चाहिए। और जाएंगे क्या, मकान बिकता नहीं है, दूसरा घर है ही नहीं, हैं? जाएंगे कहाँ हम, है? लोन बैंक बिल्डर ले भेज दिया, पता नहीं लगा। दूर दूर से आए हैं ना, 4 साल हो गया मेरे को, 17 दिसंबर को 5 साल लग गया यहाँ बैठा। ये बिल्डिंग बन रहा था, आगे आए हैं ना, ये बढ़ रही, इतना जो कूड़ा होता नहीं, बैठने नहीं सकते हम। मेहरबानी ये कूड़ा हट गया है तो भी हम बैठ नहीं सकते, धूप के अंदर इतना बदबू आता है। ये कूड़ा हटने को हमको चाहिए। चुनाव में हम वोट देते हैं, है ना, उधर चंडीगढ़ दिया, फिर इधर नहीं, वोट बन गए, दे दिया 2 बार, इनको इधर आ गई। ये कुछ नहीं करते, वोट लेने के लिए आते, हाँ जी ये कूड़ा उठेगी, वो करेंगे, हैं? सच्ची हाँ, ਜਦੋਂ ਸਾਰਿਆਂ ਦੀ ਬਦਦੁਆ ਲੱਗੂਗੀ, ਜਦੋਂ ਜਿਹਦਾ ਬੁਰਾ ਹਾਲ ਕੀਤਾ, ਜਿਨ੍ਹਾਂ ਨੇ ਮਸਾ ਪੈਸਾ ਕਮਾ ਕੇ ਮਕਾਨ ਲਿੱਤੇ ਨੇ, ਆ ਕੂੜੇ ਢੇਰ ਦੇ ਉੱਤੇ ਲਾ ਕੇ, ਇਹਨੂੰ ਸਾਰਿਆਂ ਨੂੰ ਬਦਦੁਆ ਲੱਗੂਗੀ। ਜਿਨ੍ਹਾਂ ਨੇ ਵੇਚੇ ਨੇ, ਜਿਨ੍ਹਾਂ ਨੇ ਇਹਦੇ ਕੇ ਧੋਖੇ ਕਰੇ ਨੇ ਸਾਡੇ ਨਾਲ, ਸਾਰਿਆਂ ਨੂੰ ਬਦਦੁਆ लगूगी। देखी बेचोगी तो क्या मिलेगी, हैं? तो मकान बेचने के लिए हम सोचते हैं चल बैंक से लोन लिया है, यहाँ से हम कहीं जाएं, मकान में हमारे को 8-9 हज़ार नहीं मिलता, बिल्डर इतना पैसा लेके गया है ना हमारे दरवाजों के ऊपर कि हम अपना दरवाजा खोल नहीं सकते। और आप हर घर में चेक कर सकते हो, हर घर में हिट पड़ी दिखेगी आपको, मतलब हिट का ही खर्चा है हमारा। हम 3 दिन हिट चलाते हैं, ठीक है, हर मंथ का खर्चा देख लो फिर उसका बोतल का। दिन में बच्चे तो होते नहीं, मेरा पोती होती है, इतना बदबू आता है, अंदर में भुन मक्खी है, बहुत परेशान है। ਇਸ ਵਕਤ ਅਸੀਂ ਦਰਪਣ ਸਿਟੀ ਦੇ ਵਿੱਚ ਖੜੇ ਆ ਤਾਂ ਤੁਹਾਨੂੰ ਇਹ ਤਸਵੀਰਾਂ ਨੇ ਅਲਜਿੰਦਰ ਥੋੜੀਆਂ ਗਾਂਹ ਨੂੰ ਚੱਲ ਕੇ ਦਿਖਾ ਦਿੰਨੇ ਆਪਾਂ। ਜਿਹੜੇ ਮਕਾਨ ਨੇ ਇਹ ਸਿਰੇ ਤੱਕ ਤੁਸੀਂ ਦੇਖ ਸਕਦੇ ਹੋ, ਕੈਮਰੇ ਦੀ ਅੱਖ ਆ ਜਿਹੜੀ ਉਹ ਜਾ ਰਹੀ ਆ। ਤਾਂ ਇਹ ਤਾਂ ਕੁਝ ਕੁ ਲੋਕਾਂ ਦੀ ਕਹਾਣੀ ਸੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਇੱਥੇ ਹਰ ਇੱਕ ਦੇ ਨਾਲ ਜਦੋਂ ਅਸੀਂ ਘਰ ਤੋਂ ਬਾਹਰ ਕੱਢ ਕੇ ਗੱਲ ਕਰਾਂਗੇ ਤਾਂ ਹਰ ਇੱਕ ਦਾ ਇਹੋ ਹੀ ਕਹਿਣਾ ਹੋਏਗਾ ਕਿ ਇਹ ਜਿਹੜੇ ਕੂੜੇ ਦੇ ਢੇਰ ਆ ਇਹ ਚੱਕੇ ਜਾਣ। ਆਖਰ ਪਿਛਲੇ 70 ਸਾਲਾਂ ਦੇ ਵਿੱਚ ਜੇਕਰ ਵਿਕਾਸ ਹੋਇਆ ਤਾਂ ਤੁਹਾਨੂੰ ਅਸੀਂ ਖਰੜ ਦਾ ਵਿਕਾਸ ਤਾਂ ਦਿਖਾ ਹੀ ਰਹੇ ਹਾਂ। ਇਸ ਤੋਂ ਬਾਅਦ ਹੋਰ ਸ਼ਹਿਰਾਂ ਦਾ ਜਿਹੜਾ ਵਿਕਾਸ ਆ ਉਹ ਵੀ ਦਿਖਾਵਾਂਗੇ। ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਪਰ ਦੀ ਅਸੀਂ ਖੁਦ ਚੱਲ ਕੇ ਆਏ ਹਾਂ ਤਾਂ ਉੱਥੇ ਜਿਹੜੇ ਪੈਰ ਸੀ ਉਹ ਖੁੱਬਦੇ ਸੀਗੇ, ਜਿਹੜਾ ਉੱਥੇ ਗਾਰਾ ਸੀ ਉਹ ਬਕਾਇਦਾ ਤੁਹਾਨੂੰ ਅਸੀਂ ਦਿਖਾ ਦਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਗਾਰਾ ਬਣਿਆ ਹੋਇਆ ਸੀ ਉੱਥੇ, ਕਿ ਕਿਸ ਤਰ੍ਹਾਂ ਉੱਥੇ ਮੀਂਹ ਨੇ ਬੁਰਾ ਹਾਲ ਕਰਿਆ ਗਿਆ। ਜਿਹੜੀਆਂ ਸੜਕਾਂ ਨੇ ਤਾਂ ਤੁਸੀਂ ਦੇਖ ਰਹੇ ਹੋ, ਇਹ ਇੱਥੇ ਕੰਮ ਕਰਨ ਵਾਲੇ ਨੇ, ਇਹ ਬਾਊ ਜੀ ਨੇ, ਬਾਊ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਰਹੇ ਹੋ, ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਇੱਕ ਰਿਹਾਇਸ਼ੀ ਏਰੀਆ ਗਾ, ਰਿਹਾਇਸ਼ੀ ਏਰੀਏ ਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ। ਅੰਦਰੋਂ ਬੜਾ ਸਾਫ਼ ਸੁਥਰਾ, ਅੰਦਰੋਂ ਬੜਾ ਵਧੀਆ ਗਾ, ਸੋਹਣਾ ਗਾ, ਪਰ ਜਦੋਂ ਅਸੀਂ ਇਹਦੇ ਬਾਹਰ ਜਾਂਦੇ ਹਾਂ ਬਾਹਰਲੇ ਪਾਸਿਓਂ ਤਾਂ ਤੁਹਾਨੂੰ ਦੇਖਣ ਦੇ ਲਈ ਮਜਬੂਰ, ਸੋਚਣ ਲਈ ਮਜਬੂਰ ਕਰ ਦਿੰਦਾ ਕਿ ਇਹ ਆਖਰ ਦਰਪਣ ਸਿਟੀ ਕਹਿਣ ਨੂੰ ਇੰਨੀ ਸੋਹਣੀ ਆ ਤੇ ਬਾਹਰਲੇ ਪਾਸੇ ਕੀ ਆ, ਇਹਦੇ ਬਾਹਰਲੇ ਪਾਸੇ ਏਡੇ ਏਡੇ ਕੂੜੇ ਦੇ ਢੇਰ ਕਿਉਂ ਨੇ। ਆਖਰ ਇਹ ਉਹੀ ਏਰੀਆ, ਉਹੀ ਖਰੜ ਆ ਜਿਸ ਖਰੜ ਦੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਨੇ। 300 ਦਿਨਾਂ ਦਾ ਜਿਹੜਾ ਰਿਕਾਰਡ ਆ ਉਹਨਾਂ ਨੇ ਪੇਸ਼ ਵੀ ਕਰਿਆ ਸੀ, ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਇਹ ਕੂੜੇ ਦਾ ਢੇਰ ਰਹਿ ਗਿਆ ਹੋਵੇ। ਜਿਵੇਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕੂੜੇ ਦੇ ਢੇਰ ਦਿਖਾਏ ਨੇ, ਤਾਂ ਇੱਥੇ ਇੱਕ ਪ੍ਰੋਗਰਾਮ ਵੀ ਕਰਿਆ ਜਾ ਰਿਹਾ, ਛੋਟਾ ਜਿਹਾ ਪ੍ਰੋਗਰਾਮ ਆ, ਲੋਹੜੀ ਦਾ ਦਿਨ ਆ, ਤਿਉਹਾਰ ਦਾ ਦਿਨ ਆ। ਤਾਂ ਉਹ ਪਰਲੇ ਪਾਸੇ ਦੇਖ ਰਹੇ ਹੋ ਤੁਸੀਂ ਵੱਡਾ ਸਾਰਾ ਗੰਦਗੀ ਦਾ ਢੇਰ ਲੱਗਿਆ ਹੋਇਆ ਗਾ। ਇਹ ਤਸਵੀਰਾਂ ਨੇ, ਇਹ ਖਰੜ ਦੀਆਂ ਤਸਵੀਰਾਂ ਨੇ, ਦਰਪਣ ਸਿਟੀ ਦੀਆਂ ਤਸਵੀਰਾਂ ਨੇ। ਇੱਥੇ ਡੰਪਿੰਗ ਬਣਾਈ ਹੋਈ ਆ। ਇੱਧਰਲੇ ਪਾਸੇ ਜਿਹੜਾ ਪ੍ਰੋਗਰਾਮ ਆ ਖਾਣਾ ਪਾਣੀ ਲਗਾਇਆ ਹੋਇਆ, ਪਰ ਦੂਸਰੇ ਪਾਸੇ ਕੂੜੇ ਦਾ ਢੇਰ ਆ। ਤਾਂ ਗੱਲਬਾਤ ਕਰਾਂਗੇ, ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਕੋਈ ਗੱਲ ਕਰਨ ਨੂੰ ਤਿਆਰ ਹੋਊਗਾ, ਜੇਕਰ ਕੋਈ ਬੋਲਣ ਨੂੰ ਤਿਆਰ ਹੋਊਗਾ, ਸ਼ਾਇਦ ਕਿਤੇ ਨਾ ਕਿਤੇ ਜਾ ਕੇ ਪਾਰਟੀਆਂ ਦੇ ਨਾਲ ਜੁੜੇ ਹੁੰਦੇ ਨੇ ਲੋਕ, ਨਹੀਂ ਬੋਲਦੇ ਕਿਉਂਕਿ ਉਹਨਾਂ ਨੇ ਕਿਸੇ MLA ਤੋਂ ਕੰਮ ਲਿਆ ਹੁੰਦਾ, ਕਿਸੇ MP ਤੋਂ ਕੰਮ ਲਿਆ ਹੁੰਦਾ, ਕਿਸੇ MC ਤੋਂ ਕੰਮ ਲਿਆ ਹੁੰਦਾ, ਕਿਸੇ ਸਰਪੰਚ ਤੋਂ, ਕਿਸੇ ਮੈਂਬਰ ਤੋਂ ਕੰਮ ਲਿਆ ਹੁੰਦਾ। ਤਾਂ ਲੋਕ ਖੁੱਲ੍ਹ ਕੇ ਨਹੀਂ ਬੋਲਦੇ। ਤਾਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਲੋਕਾਂ ਦੇ ਨਾਲ ਗੱਲਬਾਤ ਕਰੀਏ ਕਿ ਆਖਰ ਉਹਨਾਂ ਨੂੰ ਤਕਲੀਫ ਕੀ ਆ, ਆਖਰ ਉਹਨਾਂ ਦਾ ਦੁੱਖ ਕੀ ਆ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ। ਇੱਥੇ ਛੋਟੇ ਛੋਟੇ ਬੱਚੇ ਆ, ਤੁਸੀਂ ਦੇਖ ਰਹੇ ਹੋ। ਮਾਤਾ ਇੱਥੇ ਹੀ ਰਹਿੰਦੇ ਹੋ ਤੁਸੀਂ?
ਇੱਥੇ ਹੀ ਰਹਿੰਦੇ ਹੋ? ਆ ਜਾਓ ਫਿਰ ਇੱਧਰ ਨੂੰ ਆ ਜਾਓ ਥੋੜਾ ਜਿਹਾ, ਕਿ ਮੈਂ ਹੀ ਇੱਧਰ ਨੂੰ ਆ ਜਾ। ਤਾਂ ਇਹ ਜਿਹੜੇ ਕੂੜੇ ਦੇ ਢੇਰ ਲੱਗੇ ਨੇ, ਇੱਥੇ ਪ੍ਰੋਗਰਾਮ ਵੀ ਚੱਲ ਰਿਹਾ ਤੁਹਾਡੇ ਘਰ ਦੇ ਵਿੱਚ, ਲੋਹੜੀ ਦਾ ਪ੍ਰੋਗਰਾਮ ਆ ਸ਼ਾਇਦ। नहीं जी मेडिकल शॉप खोली है बच्चे ने। ਮੈਡੀਕਲ ਸ਼ਾਪ ਉੱਪਰ ਖੋਲੀ ਆ नहीं ऊपर नहीं अपने 3 नंबर गेट से। ਜੀ, 3 ਨੰਬਰ ਗੇਟ ਤੇ। ਤਾਂ ਜੇ ਗੱਲ ਕਰਦੇ ਹਾਂ ਤਾਂ ਕੂੜੇ ਦੇ ਢੇਰ ਲੱਗੇ ਨੇ, ਬੜੇ ਵੱਡੇ ਢੇਰ ਨੇ ਇਹ। कुछ नहीं कर सकते, 3 साल हो गए ना ਅਸੀਂ ਤਾਂ ਇੱਥੇ, ਕੁਝ ਨਹੀਂ ਹੋਇਆ, ਕੋਈ ਸੁਣਵਾਈ ਨਹੀਂ ਹੋ ਰਹੀ। ਕੋਈ ਸੁਣਵਾਈ ਨਹੀਂ ਹੋਈ। ਬਿਲਕੁਲ ਵੀ ਨਹੀਂ। ਹੁਣ ਤਾਂ ਤੁਹਾਡੇ ਮੁੱਖ ਮੰਤਰੀ ਆਏ ਨੇ, ਚੰਨੀ ਸਾਹਿਬ, ਉਹ ਆਏ ਸੀ ਇੱਥੇ। नहीं कोई भी नहीं आया, इधर वाल तो कोई देखता ही नहीं। बच्चे बीमार हो रहे, ਅਸੀਂ बीमार हो रहे हैं, कोई नहीं आंदा। ਉਹ ਤਾਂ ਕਹਿੰਦੇ ਸਾਨੂੰ ਸਭ ਕੁਝ ਆਉਂਦਾ ਸੀ, ਆਮ ਘਰਾਂ ਦੇ ਲੋਕ ਆਮ ਘਰਾਂ ਚੋਂ ਉੱਠੇ ਹੋਏ ਆ। ਮੇਰੇ ਕੋਲ ਤਾਂ ਕੋਈ ਨਹੀਂ ਆਇਆ ਹੈਗਾ। ਜੇ ਆਏ ਹੁੰਦੇ ਤਾਂ ਸਾਨੂੰ ਕਹਿਣ ਦੀ ਜ਼ਰੂਰਤ ਹੀ ਨਾ ਪੈਂਦੀ। ਹੁਣ 2022 ਦੀਆਂ ਚੋਣਾਂ ਆ ਰਹੀਆਂ ਨੇ, ਵੋਟਾਂ ਨੂੰ ਲੈ ਕੇ ਕਾਫੀ ਹੜਚਲ ਮੱਚੀ ਹੋਈ ਆ। ਹਰ ਕੋਈ ਕਹਿ ਰਿਹਾ ਕਿ ਅਸੀਂ ਸੁਧਾਰ ਕਰਾਂਗੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਤਾਂ ਕਿਸੇ ਨਾਲ ਹੋਈ ਆ ਗੱਲਬਾਤ ਇਸ ਤਰ੍ਹਾਂ ਦੀ? ਸਾਡੇ ਨਾਲ ਕੋਈ ਬਾਤ ਨਹੀਂ, ਪਹਿਲੇ ਹੋਈ थी, ML ਆਏ थे, सब कुछ आया था, लेकिन उस तो बाद कोई नहीं आया। मैं तो बेटी ਨੂੰ 2 ਸਾਲ ਵੈਸੇ ਹੀ ਕੂੜੇ ਚੋਂ ਲੈ ਕੇ ਜਾਂਦੀ ਰਹੀ ਹਾਂ ਬੱਸ ਸਟੈਂਡ ਛੋੜਨ, ਛੋਟੇ ਵਾਲੀ ਨੂੰ ਕੂੜੇ ਦੇ ਵਿੱਚੋਂ ਨਿਕਲ ਕੇ ਜਾ ਰਹੀ ਹਾਂ 2 ਸਾਲ ਬੱਸ ਸਟੈਂਡ ਤੱਕ ਛੋੜਨ। ਕੋਈ ਰਸਤਾ ਨਹੀਂ ਹੈਗਾ ਹੋਰ ਜਾਣ ਨੂੰ? ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰ ਰਹੇ ਹਾਂ। ਬੇਸ਼ੱਕ ਇੱਥੇ ਖਾਣ ਪੀਣ ਦਾ ਪੂਰਾ ਪ੍ਰਬੰਧ ਆ, ਪਰ ਦੂਜੇ ਪਾਸੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਨੂੰ ਦੇਖ ਕੇ ਖਾਣ ਨੂੰ ਦਿਲ ਨਹੀਂ ਕਰਦਾ, ਪੀਣ ਨੂੰ ਕੁਛ ਦਿਲ ਨਹੀਂ ਕਰਦਾ। ਤਾਂ ਇੱਥੇ ਛੋਟੇ ਛੋਟੇ ਬੱਚੇ ਨੇ, ਨੌਜਵਾਨ ਨੇ, ਬੀਬੀਆਂ ਨੇ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਲਗਾਤਾਰ ਅਸੀਂ ਗੱਲਬਾਤ ਆ ਇਸੇ ਤਰ੍ਹਾਂ ਕਰਦੇ ਰਵਾਂਗੇ। ਹਰ ਇੱਕ ਹਲਕੇ ਦੀ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ।